ਪੰਜਾਬੀ ਨੈਸ਼ਨਲ ਟੀਵੀ ਦੇ ਪ੍ਰੋਗਰਾਮ ਵਕਤਨਾਮਾ ਵਿਦ ਗੁਰਭਜਨ ਸਿੰਘ ਗਿੱਲ ਸ਼ੋਅ ਦੇ ਵਿੱਚ ਸਵਾਗਤ ਹੈ। ਤੇ ਅੱਜ ਦੇ ਪ੍ਰੋਗਰਾਮ ਦੇ ਜਿਹੜੇ ਮਾਹਿਰ ਤੇ ਜਿਨ੍ਹਾਂ ਦੇ ਨਾਂ ਤੇ ਪ੍ਰੋਗਰਾਮ ਹੈ ਉਹ ਸਾਡੇ ਨਾਲ ਮੌਜੂਦ ਨੇ ਤੇ ਸਭ ਤੋਂ ਪਹਿਲਾਂ ਆਓ ਗੁਰਭਜਨ ਸਿੰਘ ਗਿੱਲ ਹੋਰਾਂ ਦਾ ਸਵਾਗਤ ਕਰਦੇ ਹਾਂ। ਗੁਰਭਜਨ ਸਿੰਘ ਗਿੱਲ ਜੀ, ਤੁਹਾਡਾ ਆਪਣੇ ਸ਼ੋਅ 'ਚ ਬਹੁਤ-ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਔਰ ਸਾਰੇ ਭੈਣਾਂ ਭਰਾਵਾਂ ਸੁਣਦਿਆਂ ਪੜ੍ਹਦਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਪ੍ਰਵਾਨ ਹੋਵੇ। ਤੇ ਗੁਰਭਜਨ ਜੀ, ਸਭ ਤੋਂ ਪਹਿਲਾਂ ਗੱਲ ਚੋਣਾਂ ਦੀ ਕਰਦੇ ਆ। ਬੰਗਾਲ 'ਚ ਅੱਜ ਚੌਥੇ ਗੇੜ ਦੀਆਂ ਚੋਣਾਂ ਹੋ ਰਹੀਆਂ ਨੇ, ਕੀ ਕਹਿਣਾ ਚਾਹੋਗੇ ਇਸ ਬਾਰੇ? ਬੰਗਾਲ ਦੇ ਵਿੱਚ 8 ਗੇੜ ਕੁੱਲ ਨੇ, ਜਿਨ੍ਹਾਂ 'ਚੋਂ ਚੌਥੇ ਗੇੜ ਦੀਆਂ ਚੋਣਾਂ ਅੱਜ ਹੋ ਰਹੀਆਂ ਨੇ। ਔਰ ਜਿਸ ਕਿਸਮ ਦਾ ਤਣਾਅ ਟੈਨਸ਼ਨ ਬਣੀ ਹੋਈ ਉੱਥੇ, ਖਾਸ ਕਰਕੇ ਜਿਵੇਂ ਕੇਂਦਰੀ ਬਲਾਂ ਦੇ ਦਖਲ ਬਾਰੇ ਮਮਤਾ ਬੈਨਰਜੀ ਨੇ ਬੜੀ ਸਖਤ ਟਿੱਪਣੀ ਕੀਤੀ, ਜਿਹਦਾ ਪ੍ਰੋਟੈਸਟ ਜਿਹੜਾ ਹੈਗਾ ਬਹੁਤ ਵੱਡਾ ਵਿਰੋਧ ਕੀਤਾ ਚੋਣ ਕਮਿਸ਼ਨ ਨੇ ਵੀ, ਕਿ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਮਿਲਦਾ ਕਿ ਉਹ ਕੇਂਦਰੀ ਬਲਾਂ ਬਾਰੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਨ। ਔਰ ਉਹਨਾਂ ਨੂੰ ਅੱਜ ਬੁਲਾਇਆ ਹੋਇਆ ਸੀ, ਉਹਦਾ ਜਵਾਬ ਦਾਵਾ ਮੰਗਿਆ ਹੋਇਆ ਸੀ ਮਮਤਾ ਬੈਨਰਜੀ, ਤੁਸੀਂ ਇਹ ਗੱਲਾਂ ਸਾਰੀਆਂ ਕਿਉਂ ਕੀਤੀਆਂ ਨੇ। ਤੇ ਅੱਜ ਸਵੇਰੇ ਉਹਨਾਂ ਨੂੰ ਜਵਾਬ ਭੇਜ ਦਿੱਤਾ ਹੋਵੇਗਾ ਲਾਜ਼ਮੀ ਤੌਰ ਤੇ, ਕਿਉਂਕਿ ਚੋਣ ਕਮਿਸ਼ਨ ਦੀ ਜਿਹੜੀ ਕਰੜਾਈ ਹੈ ਉਹ ਤਾਂ ਮੰਨਣੀ ਹੀ ਪੈਣੀ ਸਾਰਿਆਂ ਨੂੰ ਹੀ। ਬਾਕੀ ਜਿਹੜਾ ਦਖਲ ਅੰਦਾਜ਼ੀ ਹੈਗੀ ਹੈ ਖਾਸ ਕਰਕੇ ਹੋਮ ਮਿਨਿਸਟਰੀ ਦੀ, ਕਿਉਂਕਿ ਕੇਂਦਰੀ ਬਲ ਸਾਰੇ ਉਹਦੇ ਅਧੀਨ ਨੇ, ਉਹ ਜਿਸ ਅੰਦਾਜ਼ ਦੇ ਵਿੱਚ ਵਧੀ ਹੋਈ ਉਹਦੇ 'ਚ ਬੰਗਾਲ 'ਚ ਵਾਸਤੇ ਲੋਕਾਂ ਦੇ ਮਨਾਂ ਦਾ ਦਹਿਸ਼ਤ ਤੇ ਖੌਫ ਬਹੁਤ ਵੱਧ ਰਿਹਾ ਜੀ। ਤੇ ਗੁਰਭਜਨ ਜੀ, ਦਹਿਸ਼ਤ ਦਾ ਮਾਹੌਲ ਹੈ, ਚੋਣਾਂ ਦਾ ਸਿਲਸਿਲਾ ਜਾਰੀ ਹੈ ਤੇ ਵਿੱਚ ਕਿਤੇ ਆਗੂਆਂ ਤੇ ਹਮਲੇ ਹੋ ਰਹੇ ਨੇ, ਤੇ ਇਹ ਹਮਲਿਆਂ ਨੂੰ ਕਿਸ ਨਜ਼ਰੀਏ ਤੋਂ ਤੁਸੀਂ ਲੈਂਦੇ ਹੋ? ਇਹ ਵੀ ਸਾਰਾ ਪ੍ਰੋਵੋਕੇਸ਼ਨ ਜਿਹੜੀ ਹੈਗੀ ਹੈ ਉਹ, ਕਿਉਂਕਿ ਜਿਹੜੀ ਤਲਖ ਭਾਸ਼ਾ ਵਰਤੀ ਜਾ ਰਹੀ ਹੈ ਤ੍ਰਿਣਮੂਲ ਕਾਂਗਰਸ ਵੱਲੋਂ ਵੀ, ਬੀਜੇਪੀ ਦੀ ਲੀਡਰਸ਼ਿਪ ਵੱਲੋਂ ਵੀ, ਔਰ ਉਹ ਟਕਰਾਓ ਦੀ ਸਥਿਤੀ ਬਣਾਉਣ ਦੀ ਅਸਲ 'ਚ ਕਹਾਣੀ ਇਹ ਆ ਕਿ ਇਹਦੇ ਪਿੱਛੇ ਜਿਹੜੀ ਗੱਲ ਲੁਕਵੀਂ ਉਹ ਇਹ ਆ ਕਿ ਅਸੀਂ ਕਿਸੇ ਢੰਗ ਨਾਲ ਆਪਣੀ ਸਰਦਾਰੀ ਜਾਂ ਆਪਣਾ ਜਿਹੜਾ ਪ੍ਰਭੂ ਸੱਤਾ ਤੋਂ ਆ ਉਸ ਨੂੰ ਕਾਇਮ ਕਰ ਸਕੀਏ। ਕਿਉਂਕਿ ਬੰਗਾਲ ਦੇ ਵਿੱਚ ਜਦੋਂ ਕਮਿਊਨਿਸਟ ਲੈਡ ਗਵਰਨਮੈਂਟ ਤੋਂ ਇਹਨਾਂ ਨੇ ਲਿਆ ਸੀ, ਤ੍ਰਿਣਮੂਲ ਕਾਂਗਰਸ ਨੇ ਆਪਣਾ ਤਾਕਤ ਦਾ ਹਿੱਸਾ ਲਿਆ ਸੀ ਜਾਂ ਪਾਵਰ ਸ਼ਿਫਟਿੰਗ ਹੋਈ ਸੀ, ਉਦੋਂ ਵੀ ਇਹੀ ਸੀ ਕਿ ਕੌਣ ਵੱਧ ਤੱਤੀਆਂ ਗੱਲਾਂ ਕਰਦਾ। ਹੁਣ ਤੱਤੀਆਂ ਗੱਲਾਂ ਦਾ ਮੁਕਾਬਲਾ ਜਦੋਂ ਬਣ ਜਾਵੇ ਕੁਦਰਤੀ ਗੱਲ, ਫਿਰ ਟਕਰਾਓ ਦੀ ਸਥਿਤੀ ਤੇ ਭੁਗਤਣ ਦਾ ਲੋਕਾਂ ਨੂੰ ਪੈਣਾ ਸਾਰਾ ਕੁਛ। ਸੋ ਉਹ ਜਿਹੜੇ ਧੜੇਬਾਜ਼ੀ ਤੇ ਖਾਸ ਕਰਕੇ ਜਿਹੜੀ ਆਗੂਆਂ ਦੇ ਹਮਲੇ ਹੋਣਾ, ਉਹ ਸਾਰਾ ਉਸੇ ਦਾ ਹੀ ਇੱਕ ਨਤੀਜਾ ਕਿ ਸਾਰੇ ਜਿਹੜੇ ਨਿਜ਼ਾਮ ਦੇ ਵਿੱਚ ਇੱਕ ਤਲਖੀ ਬਹੁਤ ਭਰੀ ਹੋਈ ਹੈ ਸਾਰੇ ਪਾਸੇ, ਔਰ ਲੋਕ ਇਨਸਿਕਿਉਰ ਮਹਿਸੂਸ ਕਰ ਰਹੇ ਨੇ। ਔਰ ਤੁਸੀਂ ਨੋਟ ਕਰਿਓ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਇੱਕ ਹਮਲਾਵਰ ਰੁਖ ਹੈ, ਉਹਦੇ ਟਾਕਰੇ ਵਾਸਤੇ ਮਮਤਾ ਬੈਨਰਜੀ ਵੀ ਉਨੀ ਸ਼ਕਤੀ ਨਾਲ, ਜਿਵੇਂ ਜ਼ਖਮੀ ਸ਼ੇਰਨੀ ਦਹਾੜਦੀ ਹੈ ਤੇ ਉਸ ਤਰ੍ਹਾਂ ਦਾ ਉਸਦਾ ਜਿਹੜੀ ਰੋਰਿੰਗ ਉਹਦੀ ਸਟਾਈਲ ਹੈ ਉਹਦੇ ਵਿੱਚ ਹੀ ਉਸ ਦਾ ਜਵਾਬ ਦੇ ਰਹੀ ਹੈ। ਔਰ ਉਸ ਟਕਰਾਓ ਦੇ ਵਿੱਚੋਂ ਲੋਕਾਂ ਦੇ ਅੰਦਰ ਜਿਹੜੀ ਇੱਕ ਵੱਖਰੀ ਕਿਸਮ ਦੀ ਜਿਹੜੀ ਇੱਕ ਟੈਨਸ਼ਨ ਤਣਾਅ ਪੈਦਾ ਹੋਇਆ ਹੈ, ਔਰ ਇਹ ਆਪਣੇ ਆਪ ਵਿੱਚ ਮੰਦਭਾਗਾ ਹੈ ਕਿ ਬਹੁਤ ਚੰਗਾ ਨਹੀਂ ਹੈ। ਜੀ। ਤੇ ਆਮ ਲੋਕਾਂ ਨੂੰ ਜਦੋਂ ਪੁੱਛਿਆ ਗਿਆ ਨਾ ਵੀ ਕੌਣ ਚਾਹੀਦਾ ਤੁਹਾਨੂੰ, ਤਾਂ ਉਹ ਕਹਿੰਦੇ ਬੰਗਾਲ 'ਚ ਤਾਂ ਦੀਦੀ ਠੀਕ ਹੈ, ਦਿੱਲੀ 'ਚ ਦਾਦਾ ਚੱਲੇਗਾ। ਤੇ ਇਹ ਕਿਸ ਚੀਜ਼ ਵੱਲ ਇਸ਼ਾਰਾ ਹੈ? ਇਹ ਹੁਣ ਆਪਣੇ ਪਰਮਿੰਦਰ ਜੀ ਇਸ ਗੱਲ ਬਾਰੇ ਬਹੁਤਾ ਕੁਝ ਤਾਂ ਨਹੀਂ ਮੈਂ ਟਿੱਪਣੀ ਕਰਨੀ ਚਾਹੁੰਦਾ, ਕਿਉਂਕਿ ਇਹ ਗੱਲ ਹੁਣ ਹੋ ਗਈ ਹੈ ਕਿ ਲੋਕੀ ਅੱਜ ਕੱਲ੍ਹ ਉਹ ਗੱਲ ਕਰ ਰਹੇ ਨੇ ਜਿਹੜੀ ਗੱਲ ਕੋਈ ਸੁਣਨਾ ਚਾਹੁੰਦਾ ਹੈ। ਚੈਨਲ ਕਿਹੜਾ ਇੰਪੋਰਟੈਂਟ ਹੈ, ਕਿ ਕਿਹੜੇ ਚੈਨਲ ਤੇ ਗੱਲ ਕਹੀਏ, ਦੀਦੀ ਕਿਹੜੇ ਚੈਨਲ ਦਾ ਸਰੋਤਾ ਮੰਗਦਾ ਤੇ ਦਾਦਾ ਕਿਹੜੇ ਚੈਨਲ ਦਾ ਸਰੋਤਾ ਮੰਗਦਾ। ਹੁਣ ਸਵਾਲ ਤੇ ਪੈਦਾ ਹੁੰਦਾ ਕਿ ਜਿਹੜੇ ਕੌਮੀ ਮਸਲੇ ਨੇ ਉਹ ਤੇ ਸਾਰੇ ਗੰਦਲ ਚੌਦੇ 'ਚ ਪਏ ਹੋਏ ਨੇ। ਸਾਡੀਆਂ ਸਮੁੰਦਰੀ ਬੰਦਰਗਾਹਾਂ, ਸਾਡੇ ਆਪਣੇ ਹਵਾਈ ਅੱਡੇ, ਸਾਡੀ ਰੇਲਵੇ, ਇਹ ਸਾਡਾ ਹੈਲਥ ਸਿਸਟਮ, ਸਾਰਾ ਕੁਝ ਤਾਂ ਬੁਰੀ ਤਰ੍ਹਾਂ ਨਾਲ ਇਸ ਵਕਤ ਕ੍ਰਿਪਲ ਹੋਇਆ ਪਿਆ ਔਰ ਪ੍ਰਾਈਵੇਟ ਹੱਥਾਂ 'ਚ ਜਾ ਰਿਹਾ। ਸੋ ਦਿੱਲੀ 'ਚ ਵੀ ਸਾਨੂੰ ਦਾਦਾ ਕਿਉਂ ਚਾਹੀਦਾ, ਇਹ ਗੱਲ ਸਮਝ ਨਹੀਂ ਆਉਂਦੀ ਕਿ ਦੀਦੀ ਬੰਗਾਲ 'ਚ ਦੀਦੀ ਤੇ ਮੁਲਕ 'ਚ ਦਾਦਾ, ਇਹ ਗੱਲ ਸਮਝ ਨਹੀਂ ਆ ਰਹੀ ਕਿ ਇਹ ਕਿਸ ਕਿਸਮ ਦਾ ਵਖਰੇਵਾਂ ਮੀਡੀਆ ਕ੍ਰੀਏਟ ਕਰ ਰਿਹਾ, ਜਿਹੜਾ ਕਿ ਬੜਾ ਹੀ ਅਨਐਥੀਕਲ ਤੇ ਬੜਾ ਹੀ ਨਾਨ ਪ੍ਰੈਕਟੀਕਲ ਹੈ। ਇਹ ਗੱਲ ਸਮਝ ਨਹੀਂ ਆਉਂਦੀ ਵੀ ਚੈਨਲ ਦੀ ਕੋਈ ਚੁਸਤੀ ਚਲਾਕੀ ਇਸ ਗੱਲ ਦੇ ਪਿੱਛੇ ਲੁਕੀ ਹੋਈ, ਜਾਂ ਲੋਕਾਂ ਦੀ ਇੱਕ ਨਾ ਸਮਝੀ ਦਾ ਵੀ ਹੋ ਸਕਦਾ ਕਿ ਕਿਹਦੇ ਅੱਗੇ ਤੁਸੀਂ ਮਾਈਕ੍ਰੋਫੋਨ ਲੈ ਕੇ ਖੜੇ ਹੋ। ਇੰਪੋਰਟੈਂਟ ਚੀਜ਼ ਇਹ ਵੀ ਹੈ ਜੀ, ਪੁੱਛ ਕਿਹਨੂੰ ਰਹੇ ਹੋ ਜੀ। ਇਹ ਸਾਰੀਆਂ ਚੀਜ਼ਾਂ ਜੀ ਇਹ ਬੜੀਆਂ ਮੈਟਰ ਕਰਦੀਆਂ ਸਾਰੀਆਂ ਗੱਲਾਂ ਹੈ। ਤੇ ਗੁਰਭਜਨ ਜੀ, ਅਗਲੇ ਮੁੱਦੇ ਵੱਲ ਆਉਂਦੇ ਆ। KMP ਦੇ 24 ਘੰਟੇ ਦਾ ਜਾਮ ਹੈ, ਲੱਖਾਂ ਸਿਧਾਨਾ ਕਾਫਲਾ ਲੈ ਕੇ ਪਹੁੰਚਿਆ ਹੋਇਆ, ਇਸ ਬਾਰੇ ਕੀ ਕਹੋਗੇ ਤੁਸੀਂ? ਜਿਹੜਾ ਕੁੰਡਲੀ ਤੋਂ ਜਾਂਦਾ ਮਾਨੇਸਰ ਵੱਲ ਨੂੰ, ਜਿਹੜਾ ਅੱਗੇ ਪਲਵਲ ਤੱਕ ਜਾਂਦਾ ਰੂਟ, KMP ਜਿਹਨੂੰ ਕਹਿੰਦੇ ਨੇ, ਉਸ ਦੇ ਬਾਰੇ ਅੱਜ ਜਾਮ ਦਾ ਪਲਾਨ ਸੀਗਾ, 24 ਘੰਟੇ ਜਾਮ ਕਰਨਾ ਸੀ ਔਰ ਉਸ ਵਿੱਚ ਪਾਰਟੀਸਪੇਟ ਕਰਨਾ ਸੀਗਾ ਪੰਜਾਬ ਤੋਂ ਨੌਜਵਾਨ ਲੱਖਾ ਸਿਧਾਨਾ, ਜਿਹਦੇ
ਸਿਰ ਦਾ ਇਨਾਮ 1 ਲੱਖ ਰੁਪਏ ਰੱਖਿਆ ਹੋਇਆ ਕੇਂਦਰੀ ਹਕੂਮਤ ਨੇ, ਕਿਉਂਕਿ ਉਸ ਨੂੰ ਵੀ ਉਸ ਇਲਜ਼ਾਮ 'ਚ ਹੀ ਨੱਥੀ ਕੀਤਾ ਗਿਆ ਜਿਹੜਾ ਦੀਪ ਸਿੱਧੂ ਤੇ ਲੱਗਿਆ ਹੋਇਆ ਕਿ ਇਹਨਾਂ ਜੀ ਨੇ ਕੌਮੀ ਝੰਡੇ ਦਾ ਅਪਮਾਨ ਕੀਤਾ ਔਰ ਇਸ ਕਿਸਮ ਦੀਆਂ ਜਿਹੜੀਆਂ ਧਾਰਾਵਾਂ ਉਸ ਤੇ ਵੀ ਆਇਦ ਨੇ। ਔਰ ਉਸ ਨੇ ਆਪਣਾ ਸਫ਼ਰ ਕਾਲ ਸੰਗਰੂਰ ਜ਼ਿਲ੍ਹੇ 'ਚ ਗੁਰਦੁਆਰਾ ਮਸਤੂਆਣਾ ਸਾਹਿਬ ਤੋਂ ਆਰੰਭ ਕੀਤਾ ਔਰ ਉਹਦੇ ਜੀ ਨਾਲ ਦੋ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਦੇਵ ਸਿੰਘ ਸਿਰਸਾ ਔਰ ਸੁਰਜੀਤ ਸਿੰਘ ਫੂਲ ਉਹ ਉਹਨੂੰ ਜੀ ਅਕੰਪਨੀ ਕਰਕੇ ਨਾਲ ਲੈ ਕੇ ਗਏ ਨੇ। ਔਰ ਕਾਫਲਾ ਕਹਿੰਦੇ ਏਡਾ ਲੰਮਾ ਸੀ ਕਿ ਰਾਤ ਮਤਲਬ ਲਗਭਗ 10 ਵਜੇ ਜਾ ਕੇ ਉਹ ਸਿੰਘੂ ਬਾਰਡਰ ਤੇ ਪੁੱਜਿਆ। ਸੋ ਜੀ ਕੁਦਰਤੀ ਗੱਲ ਆ ਕਿ ਕੱਲ ਪਹਿਲੀ ਵਾਰ ਵੇਖਿਆ ਕਿ ਲੱਖੇ ਸਿਧਾਣੇ ਨੇ ਪੱਗ ਵੀ ਬੰਨੀ ਹੋਈ ਸੀ। ਜਦੋਂ ਹੂੰ ਦਸਤਾਰ ਸਜਾਈ ਉਹਨੇ ਤਾਂ ਹੁਣ ਪਤਾ ਨਹੀਂ ਪੱਕੀ ਬੰਨੀ ਕਿ ਕੈਮੋਫਲਾਜ ਕਰਨ ਲਈ ਬੰਨੀ, ਕੁਝ ਕਹਿ ਨਹੀਂ ਸਕਦੇ। ਪਰ ਜਿਹੜਾ ਕਾਫਲਾ ਏਡਾ ਲੰਮਾ ਹੈ ਇਹ ਗੱਲ ਸਾਬਤ ਕਰਦੀ ਹੈ ਕਿ ਲੋਕਾਂ ਨੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਦੀ ਜਿਹੜੀ ਇੱਕ ਖਾਸ ਕਿਸਮ ਦੀ ਉਹਨਾਂ ਦੀ ਪਹਿਲ ਕਦਮੀ ਸੀ ਕਿ ਉਹਨਾਂ ਨੇ ਲੱਖਾ ਸਿਧਾਣਾ ਨੂੰ ਉਹਦੇ ਸਾਰੇ ਜਿਹੜੇ ਇਤਰਾਜ਼ਾਤ ਸਨ ਉਹਨਾਂ ਤੋਂ ਬਰੀ ਕਰਕੇ ਪ੍ਰਵਾਨ ਕਰ ਲਿਆ ਜੀ ਔਰ ਇਸ ਗੱਲ ਨੂੰ ਚੰਗਾ ਹੁੰਗਾਰਾ ਲੋਕਾਂ ਨੇ ਦਿੱਤਾ। ਔਰ ਚੰਗੇ ਹੁੰਗਾਰੇ ਦਾ ਹੀ ਪ੍ਰਤਾਪ ਹੈ ਕਿ ਉਹ ਇੰਨੀ ਜ਼ਰੂਰਤਮੰਦੀ ਨਾਲ ਆਪਣੇ ਆਪ ਨੂੰ ਉਸ ਕਾਫਲੇ ਸ਼ਾਮਲ ਕਰਕੇ ਦਿੱਲੀ ਵੱਲ ਨੂੰ ਰਵਾਨਾ ਹੋਇਆ। ਤੇ ਇਹ ਵੀ ਅਫਵਾਹ ਵਿੱਚ ਹੀ ਹੈ ਕਿ ਉਹਦੇ ਭਰਾ ਛੋਟੇ ਨੂੰ ਅਰੈਸਟ ਕਰ ਲਿਆ ਦਿੱਲੀ ਪੁਲਿਸ ਨੇ। ਚਲੋ ਖੈਰ ਉਹਦਾ ਦਬਾਅ ਬਣਾਈ ਰੱਖਣੇ ਸਾਰੇ ਉਹਨਾਂ ਨੇ। ਬਾਕੀ ਲੱਖੇ ਨੂੰ ਵੀ ਅੱਜ ਭੜਕ ਗ੍ਰਿਫਤਾਰ ਕਰ ਸਕਦੇ ਨੇ ਕਿਉਂਕਿ ਜਿਹੜੀਆਂ ਸੈਂਟਰਲ ਏਜੰਸੀਜ਼ ਨੇ ਉਹਦੇ ਪਿੱਛੇ ਪਈਆਂ ਹੋਈਆਂ ਨੇ, ਲਗਾਤਾਰ ਉਹਦੇ ਮਗਰ ਨੇ। ਔਰ ਲੱਖੇ ਦੇ ਕਾਫਲੇ ਦੇ ਵਿੱਚ ਹਰਜਿੰਦਰ ਸਿੰਘ ਮਾਝੀ ਜਿਹੜਾ ਇੱਕ ਸਿੱਖ ਪ੍ਰਚਾਰਕ ਹੈ ਉਹ ਪਲੱਸ ਹੋਰ ਜਿਹੜੇ ਨੌਜਵਾਨ ਉਸ ਤੇ ਸਹਿਮਤੀ ਸਮਰਥਨ ਵਾਲੇ ਸੀ ਉਹ ਸਾਰੇ ਉਹਦੇ ਨਾਲ ਸਨ। ਔਰ ਏਡਾ ਲੰਮਾ ਕਾਫਲਾ ਕਹਿੰਦੇ ਨੇ ਕਿ ਪਹਿਲੀ ਵਾਰ ਇਸ ਮਤਲਬ ਸੰਘਰਸ਼ ਦੇ ਵਿੱਚ ਪੰਜਾਬ ਤੋਂ ਸਿੱਧਮ ਸਿੱਧਾ ਉੱਥੇ ਅਪੜਿਆ ਔਰ ਇਹ ਆਪਣੇ ਆਪ ਦੇ ਵਿੱਚ ਇੱਕ ਹਿਸਟੋਰੀਕਲ ਈਵੈਂਟ ਦੇ ਰੂਪ 'ਚ ਇਹਨੂੰ ਵੇਖਿਆ ਜਾ ਰਿਹਾ। ਇਹ ਤਾਂ ਇਤਿਹਾਸਕ ਹੈ ਹੀ, ਪਰ ਤੁਹਾਨੂੰ ਕੀ ਲੱਗਦਾ ਹੈ ਕਿ 24 ਘੰਟੇ ਦਾ ਜਾਮ ਜਿਹੜਾ ਹੈ ਉਹ ਸਰਕਾਰ ਤੱਕ ਸਾਡੀ ਆਵਾਜ਼ ਪਹੁੰਚਾ ਪਾਏਗਾ? ਇੱਕ ਗੱਲ ਕਦੇ ਨਾ ਵਿਸਾਰਿਓ ਕਿ ਕੁਝ ਚੀਜ਼ਾਂ ਨੋਸ਼ਨਲ ਹੁੰਦੀਆਂ ਨੇ, ਉਹ ਗੱਲਾਂ ਸਾਰੀਆਂ ਜਿਹੜੀਆਂ ਸੁਨੇਹਾ ਪਹੁੰਚਾਉਣ ਵਾਸਤੇ ਤਾਂ ਸਰਕਾਰ ਨੂੰ ਜਿਸ ਦਿਨ ਐਲਾਨ ਹੋ ਗਿਆ ਉਸ ਦਿਨ ਪਤਾ ਸੀ। ਸਰਕਾਰਾਂ ਨੂੰ ਸਭ ਪਤਾ ਹੁੰਦਾ, ਸਰਕਾਰਾਂ ਨੇ ਇਹ ਕੰਨ ਵੀ ਨਹੀਂ ਬੰਦ ਕੀਤੇ ਹੁੰਦੇ, ਅੱਖਾਂ ਵੀ ਨਹੀਂ ਬੰਦ ਕੀਤੀਆਂ, ਉਹਨੂੰ ਪਤਾ ਹੁੰਦਾ ਕਿ ਕਿਹੜੀ ਗੱਲ ਦਾ ਕੀ ਇੰਪੈਕਟ ਬਣਨਾ। ਉਹਨਾਂ ਨੇ ਪਹਿਲਾਂ ਪੇਸ਼ਬੰਦੀਆਂ ਕੀਤੀਆਂ ਸੀ ਉਸ ਹਿਸਾਬ ਨਾਲ। ਇਸ ਕਰਕੇ ਇਹ ਜਿਹੜਾ ਸਾਡਾ ਇਸ ਬੰਦ ਦੀ ਕਾਲ ਆ ਉਹਦਾ ਪਰਪਸ ਇਹੀ ਹੈ ਕਿ ਅਸੀਂ ਆਪਣੀ ਸਟਰੈਂਥ ਦਿਖਾਉਣੀ ਹੈ ਔਰ ਜਿਹੜੀ ਸੈਂਟਰਲ ਏਜੰਸੀਜ਼ ਨੇ ਉਹਨਾਂ ਦੀ ਆਬਜ਼ਰਵੇਸ਼ਨ ਦੇ ਆਧਾਰ ਦੇ ਉੱਤੇ ਗਵਰਨਮੈਂਟ ਆਫ ਇੰਡੀਆ ਨੇ ਆਪਣੀ ਸਟਰੈਂਥ ਦਿਖਾਉਣੀ ਹੈ। ਟਕਰਾਓ ਦੀ ਸਥਿਤੀ ਨਾ ਬਣੇ ਇਸ ਵਾਸਤੇ ਜਿਹੜੇ ਜਥੇਬੰਦੀਆਂ ਨੇ ਸਾਡੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੇ ਪਹਿਲਾਂ ਹੀ ਇਹ ਫੈਸਲਾ ਕੀਤਾ ਹੈ ਕਿ ਜਿਹੜੀਆਂ ਵੀ ਐਸੈਂਸ਼ੀਅਲ ਸਰਵਿਸਿਜ਼ ਨੇ ਉਹਨਾਂ ਨੂੰ ਨਹੀਂ ਰੋਕਣਾ। ਉਹਦੇ 'ਚ ਐਂਬੂਲੈਂਸ ਆ, ਉਹਦੇ 'ਚ ਕੋਈ ਵਿਆਹ ਸ਼ਾਦੀ ਮਰਗ ਭੋਗ ਵਾਲਾ ਜਾਂ ਈਵਨ ਆਰਮਡ ਫੋਰਸਿਸ ਵੀ ਲੰਘੀਆਂ ਨੇ ਕੋਲ ਦੀ ਔਰ ਉਹਨਾਂ ਨੂੰ ਵੀ ਸਾਡੇ ਕਿਸਾਨ ਆਗੂਆਂ ਨੇ ਜਾਂ ਸਾਥੀਆਂ ਨੇ ਜਿਹੜੇ ਉੱਥੇ ਹਾਜ਼ਰ ਨੇ ਉਹਨਾਂ ਨੇ ਸਲੂਟ ਕਰਕੇ ਤੇ ਫਿਰ ਅੱਗੇ ਤੋਰਿਆ। ਸੋ ਇਸ ਕਰਕੇ ਸਾਰੀ ਗੱਲ ਜਿਹੜੀ ਹੈਗੀ ਹੈ ਇਹ ਗੱਲ ਸਮਝਣ ਵਾਲੀ ਇਹ ਆ ਕਿ ਸਾਨੂੰ ਟਕਰਾਓ ਦੀ ਸਥਿਤੀ ਤੋਂ ਬਚਾਅ ਕਰਨ ਦੀ ਲੋੜ ਹੈ, ਨਾ ਕਿ ਟਕਰਾਓ ਦੀ ਸਥਿਤੀ ਪੈਣ ਦੀ ਲੋੜ ਹੈ। ਇਹ ਵੀ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਕਿ ਜਿਹੜੀਆਂ ਗਵਰਨਮੈਂਟ ਆਫ ਇੰਡੀਆ ਦੀਆਂ ਕੁਝ ਏਜੰਸੀਜ਼ ਪਲੱਸ ਜਿਹੜੀਆਂ ਸਥਾਨਕ ਸ਼ਰਾਰਤੀ ਤੱਤਾਂ ਦੀਆਂ ਟੋਲੀਆਂ ਨੇ ਉਹ ਇਹਦੇ ਵਿੱਚ ਕੁਝ ਗੜਬੜ ਕਰਾਉਣ ਦੀ ਸੰਭਾਵਨਾ ਬਣਾ ਸਕਦੀਆਂ ਨੇ। ਕੋਈ 24 ਘੰਟੇ ਦਾ ਬੰਦ ਛੋਟਾ ਨਹੀਂ ਹੁੰਦਾ, ਰਾਤ ਵੀ ਉੱਥੇ ਕੱਟਣੀ ਪੈਣੀ ਹੈ। ਪਰ ਇਸ ਦੇ ਬਾਵਜੂਦ ਜਿਹੜੇ ਆਪ ਇੰਨੇ ਮਹੀਨਿਆਂ ਤੋਂ ਲਗਾਤਾਰ ਨੰਗੇ ਆਕਾਸ਼ ਦੇ ਥੱਲੇ ਪਏ ਹੋਏ ਲੋਕ ਨੇ ਉਹਨਾਂ ਵਾਸਤੇ KMP ਬਾਰਡਰ ਤੇ ਇੱਕ 24 ਘੰਟੇ ਦਾ ਜਸਟ ਸਮਾਂ ਕੱਟਣਾ ਵੀ ਏਡਾ ਔਖਾ ਕੰਮ ਨਹੀਂ ਹੈ। ਪਰ ਕੁੱਲ ਮਿਲਾ ਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪ੍ਰਤੀਕਾਤਮਕ ਹੁੰਦੀਆਂ ਨੇ, ਇਹ ਸਿੰਬੋਲਿਕ ਹੁੰਦੀਆਂ ਨੇ। ਇਹ ਇਸ ਕਰਕੇ ਇਸ ਚੀਜ਼ ਨੂੰ ਇਸ ਨਿਗਾਹ 'ਚ ਰੱਖਣ ਦੀ ਲੋੜ ਹੈ ਕਿ ਹਰਕਤ ਮੂਵਮੈਂਟ 'ਚ ਬਣੀ ਰਹੇ ਤਾਂ ਕਿ ਲੋਕਾਂ ਨੂੰ ਲੱਗੇ ਕੁਛ ਨਾ ਕੁਛ ਹੋ ਰਿਹਾ ਹੈ। ਕਿਉਂਕਿ ਜਿਹੜਾ ਲੋਕ ਵਿਸ਼ਵਾਸ ਆ ਜਿਨ੍ਹਾਂ ਨੇ ਜਥੇਬੰਦੀਆਂ ਨੂੰ ਇੰਨੀ ਵੱਡੀ ਸਪੋਰਟ ਦਿੱਤੀ ਹੋਈ ਹੈ ਉਹਨਾਂ ਨੂੰ ਹਰਕਤ ਵੀ ਚਾਹੀਦੀ ਹੈ। ਔਰ ਹਰਕਤ ਤਾਂ ਹੁੰਦੀ ਜੇ ਕੋਈ ਐਕਸ਼ਨ ਹੋਵੇ, ਐਕਸ਼ਨ ਤਾਂ ਹੁੰਦਾ ਜੇ ਕੋਈ ਕਾਲ ਦਿੱਤੀ ਜਾਵੇ। ਕਾਲ ਤਾਂ ਦਿੱਤੀ ਜਾਂਦੀ ਹੈ ਕਿ ਅਸੀਂ ਆਰਾਮ ਨਾਲ ਨਹੀਂ ਬੈਠੇ ਹੋਏ, ਅਸੀਂ ਇੱਕ ਵੱਡੀ ਭਾਰੀ ਗਿਣਤੀ ਲੈ ਕੇ ਜੇ ਇੱਥੇ ਹਾਜ਼ਰ ਹਾਂ ਤਾਂ ਅਸੀਂ ਤੁਹਾਡੇ ਵਿਰੋਧ ਵਿੱਚ ਅੱਜ ਵੀ ਜਿਉਂਦੇ ਹਾਂ, ਅਸੀਂ ਵੀ ਅੱਜ ਵੀ ਜਾਗਦੇ ਹਾਂ। ਜੀ, ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚੇ ਤੇ ਛੇਤੀ ਇਹਦਾ ਕੋਈ ਹੱਲ ਨਿਕਲੇ। ਤੇ ਇਸ ਵੇਲੇ ਨਾ ਇੱਕ ਭਜਨ ਇੱਕ ਮੁੱਦਾ ਐਸਾ ਹੈ ਜਿਹਦਾ ਹੱਲ ਨਜ਼ਰ ਨਹੀਂ ਆ ਰਿਹਾ। 5-6 ਸਾਲਾਂ ਤੋਂ ਮੁੱਦਾ ਚਰਚਾ ਦਾ ਵਿਸ਼ਾ ਹੈ, ਸਿਆਸਤ ਦੀਆਂ ਪੌੜੀਆਂ ਚੜ੍ਹਨ ਤੇ ਲੱਥਣ ਦਾ ਕੰਮ ਉਹਨੇ ਕੀਤਾ ਹੈ। ਉਹ ਹੈ ਬੇਅਦਬੀ ਕਾਂਡ ਤੇ ਗੋਲੀ ਕਾਂਡ। ਤੇ ਉਹ ਤੇ ਜਾਂਚ ਕਮੇਟੀ ਨੂੰ ਰੱਦ ਕਰਨਾ ਤੇ ਨਵੀਂ ਜਾਂਚ ਬਣਾਉਣ ਦਾ ਅੱਜ ਜਿਹੜਾ ਐਲਾਨ ਅਖਬਾਰਾਂ ਦੀਆਂ ਸੁਰਖੀਆਂ 'ਚ ਸੀ ਉਹਦੇ ਬਾਰੇ ਕੁਝ ਵਿਚਾਰ ਦੱਸੋ। ਪਰਮਿੰਦਰ, ਪਿਛਲੇ ਦਿਨ ਹੀ ਮੈਨੂੰ ਕਿਸੇ ਨੇ ਇੱਕ ਲਤੀਫੇ ਵਰਗੀ ਚੀਜ਼ ਭੇਜੀ WhatsApp ਤੇ ਸਵੇਰੇ ਸਵੇਰੇ ਕਿ ਚਾਹ ਦੇ ਵਿੱਚ ਬਿਸਕੁਟ ਡੁੱਬ ਗਿਆ ਤੇ ਹਕੂਮਤ ਨੂੰ ਪਤਾ ਲੱਗਿਆ ਕਿ ਇੱਕ ਬਿਸਕੁਟ ਡੁੱਬ ਕੇ ਮਰ ਗਿਆ। ਉਹਨਾਂ ਨੇ ਕਿਹਾ ਕਿ ਜਾਂਚ ਬਿਠਾਓ ਕਿ ਕਿਹਦੇ ਕੋਲੋਂ ਡੁੱਬਿਆ, ਕਿੱਦਾਂ ਡੁੱਬਿਆ ਤੇ ਹੁਣ ਉਹਦੀ ਹਾਲਤ ਕੀ ਹੈ।
ਜਾਂਚ ਕਮਿਸ਼ਨ ਦੇ ਵਿੱਚ ਕਿਸੇ ਰਿਟਾਇਰਡ ਅਧਿਕਾਰੀ ਨੂੰ ਥਾਪਿਆ ਗਿਆ ਤੇ ਰਿਟਾਇਰਡ ਅਧਿਕਾਰੀ ਤੋਂ ਹੁਣ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਹੁਣ ਜਿਹੜੀਆਂ ਬੇਅਦਬੀਆਂ ਸਾਡੇ ਬਰਗਾੜੀ ਦੇ ਵਿੱਚ ਹੋਈਆਂ ਜਾਂ ਬਹਿਬਲ ਕਲਾਂ ਗੋਲੀकांड ਦੇ ਵਿੱਚ ਨੌਜਵਾਨ ਸ਼ਹੀਦ ਹੋਏ ਜਾਂ ਪਾਠ ਕਰਦਿਆਂ ਸਾਡੇ ਪੰਜਾਬੀ ਸਿੱਖ ਭਰਾਵਾਂ ਦੇ ਉੱਤੇ ਅਜੀਬ ਕਿਸਮ ਦਾ ਹਮਲਾ ਰੁਖ ਅਖਤਿਆਰ ਕੀਤਾ ਗਿਆ, ਉਹ ਨੰਗਾ ਚਿੱਟਾ ਸੱਚ ਹੈ। ਉਹ ਜਾਂਚ A ਕਰ ਲਵੇ, B ਕਰ ਲਵੇ, C ਕਰ ਲਵੇ, D ਕਰ ਲਵੇ, ਜਾਂਚ ਦੇ ਵਿੱਚ ਗੱਲ ਤੇ ਸਿੱਧੀ ਹੈ ਕਿ 2 ਬੰਦੇ ਮਰੇ ਨੇ। ਜਾਂਚ ਗੱਲ ਸਿੱਧੀ ਹੈ ਕਿ ਵੰਗਾਰ ਕੇ ਅਗਲਿਆਂ ਨੇ ਤੁਹਾਡੇ ਪਵਿੱਤਰ ਇਸ਼ਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜੇ ਨੇ। ਉਹਨਾਂ ਪਹਿਲਾਂ ਕਿਹਾ ਅਸੀਂ ਪਾੜਾਂਗੇ, ਸੁੱਟਾਂਗੇ ਵੀ, ਉਹਨੇ ਕਿਹਾ ਗਲੀਆਂ ਰੋਲਾਂਗੇ, ਤੇ ਰੋਲੇ ਆ। ਉਹ ਕੌਣ ਨੇ ਇਹ ਵੀ ਨਿਸ਼ਾਨਦੇਹੀ ਹੋ ਚੁੱਕੀ, ਵੱਖ-ਵੱਖ ਰਿਪੋਰਟਸ ਕਰ ਚੁੱਕੀਆਂ ਨੇ। ਭਾਵੇਂ ਉਹ ਜ਼ੋਰਾ ਸਿੰਘ ਕਮਿਸ਼ਨ ਹੋਵੇ, ਭਾਵੇਂ ਉਹ RS ਰੰਧਾਵਾ ਕਮਿਸ਼ਨ ਹੋਵੇ, ਚਾਹੇ ਉਹ ਕੋਈ ਸਿੱਟ ਪਹਿਲੀ ਹੋਵੇ, ਸਿੱਟ ਦੂਸਰੀ ਹੋਵੇ ਜਾਂ ਸਿੱਟ ਤੀਸਰੀ ਆਵੇਗੀ, ਸੱਚ ਤਾਂ ਹੀਰਾਂ ਨੇ ਕਿ ਪੱਤਰੇ ਪਾਟੇ ਨੇ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬੇਅਦਬ ਹੋਇਆ। ਸੱਚ ਆ ਕਿ 2 ਨੌਜਵਾਨ ਸ਼ਹੀਦ ਹੋਏ ਨੇ। ਸੱਚ ਇਹ ਆ ਕਿ ਪਾਠ ਕਰਦੇ ਲੋਕਾਂ ਦੇ ਉੱਤੇ ਹਮਲਾ ਹੋਇਆ। ਇਹ ਉਹ ਸਾਰੇ ਸੱਚ ਨੇ। ਇਹ ਹੁਣ ਸਾਰੀਆਂ ਜਿਹੜੀਆਂ ਗੱਲਾਂ ਨੇ ਇਹ ਸਿਰਫ ਇਨਸਾਫ ਨੂੰ ਰੋਲਣ ਵਾਲੀਆਂ ਖੇਡਾਂ ਨੇ ਸਾਰੀਆਂ, ਕਿ ਕਦੇ ਕਾਨੂੰਨ ਦੀ ਕੋਈ ਘੁਣਤਰ ਫੜ ਲਓ, ਕਦੇ ਕਾਨੂੰਨ ਦੀ ਕੋਈ ਘੁਣਤਰ ਫੜ ਲਓ। ਹੁਣ ਇੱਕ ਸਬ ਇੰਸਪੈਕਟਰ ਦੇ ਅਪੀਲ ਦੇ ਉੱਤੇ ਜਿਹੜਾ ਫੈਸਲਾ ਕੀਤਾ ਸਾਡੇ ਮਾਨਯੋਗ ਹਾਈ ਕੋਰਟ ਨੇ ਕੱਲ, ਉਹਦੇ ਵਿੱਚ ਇਹ ਗੱਲ ਉਹਨਾਂ ਨੇ ਕਿਹਾ ਕਿ ਜਿਹੜੇ ਮਿਸਟਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਉਹ ਪਾਰਟੀਜ਼ਨ ਰੋਲ ਪਲੇ ਕਰ ਰਹੇ ਨੇ, ਉਹ ਸਾਰੇ ਤੱਥਾਂ ਨੂੰ ਆਪਣੇ ਮੁਤਾਬਕ ਟਵਿਸਟ ਕਰ ਰਹੇ ਨੇ। ਹੁਣ ਇਹ ਗੱਲਾਂ ਸਾਰੀਆਂ ਕਾਨੂੰਨ ਦੀ ਭਾਸ਼ਾ 'ਚ ਕਿਵੇਂ ਨੇ, ਉਹਦੇ ਬਾਰੇ ਮੈਂ ਇੱਕ ਕਾਨੂੰਨਦਾਨ ਤਾਂ ਹਾਂ ਨਹੀਂ, ਇਸ ਕਰਕੇ ਮੈਂ ਉਹਦੀ ਗੱਲ ਆਖਾਂ, ਪਰ ਕੁੱਲ ਮਿਲਾ ਕੇ ਇਹ ਸਾਰੀ ਪ੍ਰੈਕਟਿਸ ਜਿਹੜੀ ਹੈਗੀ ਹੈ ਉਹ ਸਾਰੀ ਕਾਨੂੰਨ ਦੀ ਪ੍ਰੈਕਟਿਸ ਹੈ। ਸੋ ਕਾਨੂੰਨ ਦੀ ਪ੍ਰੈਕਟਿਸ ਦੇ ਵਿੱਚ ਇੱਕ ਵਾਰ ਫਿਰ ਉਹਨਾਂ ਸ਼ਕਤੀਆਂ ਦੀ ਜਿੱਤ ਹੋਈ ਹੈ ਜਿਹੜੇ ਸਾਡੀਆਂ ਫੀਲਿੰਗਸ ਨੂੰ, ਭਾਵਨਾਵਾਂ ਨੂੰ, ਕਿਉਂਕਿ ਭਾਵਨਾਵਾਂ ਜਿਹੜੀਆਂ ਨੇ ਉਹ ਵਿਧਾਨ ਉਹਨਾਂ ਦੀ ਰਿਸਪੈਕਟ ਕਰਨ ਦਾ ਇਕਰਾਰ ਤਾਂ ਕਰਦਾ ਪਰ ਕਦੇ ਕਰਦਾ ਨਹੀਂ, ਕਿਉਂਕਿ ਕੋਰਟ ਸਾਡੀਆਂ ਜਿਹੜੀਆਂ ਨੇ ਉਹ ਡਿਸੀਜਨ ਦਿੰਦੀਆਂ ਨੇ, ਫੈਸਲੇ ਕਰਦੀਆਂ ਨੇ, ਬਹੁਤੀ ਵਾਰੀ ਉਹ ਇਨਸਾਫ ਨਹੀਂ ਕਰਦੀਆਂ। ਸੋ ਇਸ ਕਰਕੇ ਸਾਨੂੰ ਇਨਸਾਫ ਦੀ ਲੋੜ ਹੈ, ਸਾਨੂੰ ਆਪਣੇ ਲਈ ਫੈਸਲਿਆਂ ਦੀ ਲੋੜ ਨਹੀਂ ਹੈ। ਸੋ ਇਸ ਕਰਕੇ ਇਸ ਨੂੰ ਪੂਰੇ ਪੰਜਾਬ ਦੇ ਵਿੱਚ ਅੱਜ ਇੱਕ ਮੰਦਭਾਗੀ ਘਟਨਾ ਵਾਂਗ ਵੇਖਿਆ ਜਾ ਰਿਹਾ, ਕਿਉਂਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਿਹੜੀ ਇੱਕ ਲੋਕਾਂ ਦੇ ਮਨਾਂ ਦੀ ਬਣੀ ਹੋਈ ਇੱਕ ਤਸਵੀਰ ਹੈ, ਉਹ ਇੱਕ ਸੱਚੇ ਸੁੱਚੇ ਇਨਸਾਨ ਦੀ ਬਣੀ ਹੋਈ ਹੈ। ਉਹ ਕੋਈ ਵਿਗੜਿਆ ਤਿਗੜਿਆ ਕੋਈ ਉਸ ਕਿਸਮ ਦਾ ਆਦਮਖਾਨਾ ਪੁਲਿਸ ਅਧਿਕਾਰੀ ਨਹੀਂ ਹੈ। ਉਹ ਜਿੱਥੇ ਵੀ ਉਹਨੇ ਕੀਤਾ ਉੱਥੇ ਜਿਹੜੀ ਕਸਮ ਖਾਧੀ ਹੋਈ ਉਹਨੇ IPS ਆਉਣ ਸਾਰ ਕਿ ਮੈਂ ਕਾਨੂੰਨ ਨੂੰ, ਆਪਣਾ ਕਾਨੂੰਨ ਦਾ ਰਾਜ ਦੇਵਾਂਗਾ ਲੋਕਾਂ ਨੂੰ, ਉਸ ਕਾਨੂੰਨ ਮੁਤਾਬਕ ਉਹ ਚੱਲਦਾ। ਤੇ ਲੁਧਿਆਣੇ ਵੀ ਕੁਝ ਸਮਾਂ ਕਮਿਸ਼ਨਰ ਰਹਿ ਕੇ ਗਿਆ, ਉਹ ਅਸੀਂ ਨੋਟ ਕੀਤਾ ਜਿਹੜੀ ਗੱਲ ਨੂੰ, ਕਿ ਲੋਕਾਂ ਨੂੰ ਸਾਹ ਸੁੱਕੇ ਹੁੰਦੇ ਸੀ, ਖਾਸ ਕਰਕੇ ਹੇਠਲੇ ਅਧਿਕਾਰੀਆਂ ਨੂੰ, ਕਿ ਕੋਈ ਗੈਰ ਵਾਜਬ ਕੰਮ ਨਾ ਹੋ ਜਾਵੇ ਸਾਡੇ ਕੋਲੋਂ, ਤਾਂ ਕਿ ਸਾਡੇ ਕਮਿਸ਼ਨਰ ਤੱਕ ਉਸ ਦੀ ਰੀਚ ਨਾ ਪਹੁੰਚੇ। ਜਦੋਂ ਕੋਈ ਪਹੁੰਚ ਗਏ ਤਾਂ ਫਿਰ ਉੱਥੇ ਬਚਣਾ ਨਹੀਂ ਅਸੀਂ। ਸੋ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਕੁਝ ਅਧਿਕਾਰੀਆਂ ਨਾਲ ਟਕਰਾਓ ਜੱਗ ਜ਼ਾਹਰ ਹੈ। ਉਹਨਾਂ ਅਧਿਕਾਰੀਆਂ ਵੱਲੋਂ ਬਣਾਈਆਂ ਦਲੀਲਾਂ, ਲੌਜਿਕ ਕਿੰਨੇ ਕੁ ਸੱਚੇ ਨੇ, ਕਿੰਨੇ ਕੁ ਝੂਠੇ ਨੇ, ਇਹ ਕਾਨੂੰਨ ਦੱਸ ਸਕਦਾ ਜਾਂ ਵਕੀਲ ਸਾਹਿਬਾਨ ਦੱਸ ਸਕਦੇ ਜਿਨ੍ਹਾਂ ਨੇ ਕੇਸ ਪਲੀਡ ਕੀਤਾ ਜਾਂ ਜਿਨ੍ਹਾਂ ਨੇ ਸਰਕਾਰੀ ਤੰਤਰ ਨੇ ਅੱਗੋਂ ਸਪੋਰਟ ਕੀਤਾ ਆਪਣੇ ਇਸ਼ੂ ਨੂੰ ਕਿ ਉਹ ਰਿਪੋਰਟ ਠੀਕ ਸੀ। ਸੋ ਰਿਪੋਰਟ ਨੂੰ ਆਊਟਰਾਈਟਲੀ ਰਿਜੈਕਟ ਕਰਕੇ ਇਹ ਕੈਟਾਗਰੀਕਲੀ ਕਹਿਣਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਉਸ ਕਮੇਟੀ 'ਚ ਨਹੀਂ ਚਾਹੀਦਾ, ਇਹ ਵੀ ਕਹਿਣਾ ਕਿ ਜੇ ਕਮੇਟੀ ਪੰਜਾਬ ਸਰਕਾਰ ਨਹੀਂ ਬਣਾਏਗੀ ਤਾਂ ਅਸੀਂ ਇਹ ਹਰਿਆਣਾ ਗਵਰਨਮੈਂਟ ਨੂੰ ਸੌਂਪ ਦਿਆਂਗੇ ਜਾਂ ਅਸੀਂ ਇਸ ਨੂੰ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਏਜੰਸੀ ਹੈ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਉਹਨੂੰ ਸੌਂਪ ਦਿਆਂਗੇ। ਸੋ ਇਹ ਸਾਰਾ ਕੁਝ ਜਿਹੜਾ ਹੈਗਾ ਉਹ ਪੰਜਾਬ ਨੂੰ ਉਸ ਕਿਸਮ ਦਾ ਇਨਸਾਫ ਮਿਲਣ 'ਚ ਦੇਰੀ ਵਾਲਾ ਜਿਹੜਾ ਇੱਕ ਵਰਤਾਰਾ ਦੇ ਵਤੀਰਾ ਆ ਉਸ ਦੀ ਹੀ ਪੂਰਤੀ ਕਰਦਾ। ਇਸ ਤੋਂ ਬਾਅਦ ਇਸ ਕੱਢਣ ਪਾਉਣ ਨੂੰ ਹੋਰ ਕੁਝ ਨਹੀਂ ਹੈ ਜੀ। ਤੇ ਗੁਰਭਜਨ ਜੀ, ਅਗਲਾ ਮੁੱਦਾ ਜਿਹੜਾ ਹੈ ਇਸ ਵੇਲੇ ਸਭ ਨੂੰ ਹੈਰਾਨ ਤੇ ਪਰੇਸ਼ਾਨ ਕਰ ਰਿਹਾ, ਉਹ ਹੈ ਕਰੋਨਾ। ਸਾਨੂੰ ਕਹਿੰਦਾ ਕੁਝ ਨਾ ਕੁਝ ਜ਼ਰੂਰ ਕਰੋ, ਪਰ ਕਰੋਨਾ ਖੁਦ ਤਾਂ ਬਹੁਤ ਕੁਝ ਕਰ ਰਿਹਾ ਹੈ, ਤੇ ਇਹਦੀ ਸਥਿਤੀ ਕੀ ਕਹਿੰਦੀ ਹੈ? ਦੁਨੀਆ ਭਰ ਦੇ ਵਿੱਚ ਇਸ ਗੱਲ ਦੇ ਬਾਰੇ 'ਚ ਹੁਣ 2 ਰਾਵਾਂ ਸ਼ੁਰੂ ਹੋ ਗਈਆਂ ਨੇ ਕਿ ਕਰੋਨਾ ਕੀ ਵਾਕਿਆ ਹੀ ਕੋਈ ਵਾਇਰਸ ਆ ਜਾਂ ਇਹ ਮੈਨ ਮੇਡ ਵਾਇਰਸ ਹੈ। ਜੇ ਮੈਨ ਮੇਡ ਵਾਇਰਸ ਆ ਤਾਂ ਮਨੁੱਖ ਦੀ ਕੁਤਾਹੀ ਦਾ ਖਮਿਆਜ਼ਾ 94 ਮੁਲਕ ਕਿਉਂ ਭੁਗਤ ਰਹੇ ਨੇ? ਸਾਰੇ ਗਲੋਬ ਦੇ ਸਾਰੇ ਮੁਲਕ ਇੱਕੋ ਜਿਹਾ ਕਿਉਂ ਨਹੀਂ ਭੁਗਤ ਰਹੇ? ਇਹ ਇੱਕ ਬੜਾ ਵੱਡਾ ਸਵਾਲ ਆ ਜਿਹਦਾ ਜਵਾਬ ਘੱਟੋ ਘੱਟ ਮੇਰੇ ਕੋਲ ਕੋਈ ਨਹੀਂ। ਦੂਸਰੀ ਗੱਲ ਕਿ ਜਿਹੜੇ ਮੁਲਕਾਂ ਨੇ ਇਮਿਊਨਾਈਜੇਸ਼ਨ ਦਾ ਪ੍ਰੋਗਰਾਮ ਸ਼ੁਰੂ ਕੀਤਾ, ਟੀਕਾਕਰਨ ਦਾ ਸ਼ੁਰੂ ਕੀਤਾ, ਔਰ ਕਈ ਮੁਲਕਾਂ ਨੇ ਤਾਂ ਆਪਣਾ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਸਾਡੀ ਜਿਹੜੀ ਬਣਾਈ ਹੋਈ ਜਿਹੜੀ ਵੈਕਸੀਨ ਹੈ ਉਹ 99.9% ਤੱਕ ਵੀ ਅਸਰਦਾਰ ਹੈ,
ਤੇ ਜੀ ਉਹਨਾਂ ਮੁਲਕਾਂ 'ਚ ਵੀ ਕਰੋਨਾ ਕਰਕੇ, ਕੋਵਿਡ ਕਰਕੇ ਮੌਤਾਂ ਹੁਣ ਵੀ ਹੋ ਰਹੀਆਂ ਨੇ, ਟੀਕਾਕਰਨ ਦੇ ਬਾਵਜੂਦ ਹੋ ਰਹੀਆਂ ਨੇ। ਇਹਦਾ ਜੀ ਮਤਲਬ ਇਹ ਆ ਕਿ ਕੋਈ ਵੀ ਵੈਕਸੀਨ ਜਿਹੜੀ ਹੈਗੀ ਹੈ ਏਡੀ ਵੱਡੀ ਗਰੰਟੀ ਨਹੀਂ ਕਰ ਸਕਦੀ ਜਿਹੜੀ ਗਰੰਟੀ ਅਸੀਂ ਆਸ ਕਰਦੇ ਹਾਂ। ਜੀ ਹਿੰਦੁਸਤਾਨ ਦੀ ਜਿਹੜੀ ਆਪਣੀ ਇੱਕ ਵੈਕਸੀਨ ਹੈ, ਉਸ ਦੇ ਵਿੱਚ ਵੀ 70-30 ਦਾ ਮਾਰਜਨ ਦੱਸਿਆ ਜਾਂਦਾ ਹੈ ਕਿ 70% ਲੋਕਾਂ ਤੇ ਉਹ ਬਹੁਤ ਪੋਜ਼ਿਟਿਵ ਤੇ ਠੀਕ ਅਸਰ ਕਰੇਗੀ, ਤੇ ਜੀ ਬਾਕੀ ਹੋ ਸਕਦਾ ਕੁਝ ਲੋਕਾਂ ਦੇ ਅਸਰ ਉਹ ਉਹਨਾਂ ਨਾ ਕਰੇ। ਪਰ ਮੈਂ ਕਹਿੰਦਾ 70% ਜਿਹੜੇ ਲੋਕ ਨੇ ਉਹ ਵੀ ਜੇ ਬਚ ਜਾਣ ਤਾਂ ਤਦ ਵੀ ਇਸ ਨੂੰ ਇੱਕ ਬਹੁਤ ਵੱਡੀ ਪੇਸ਼ਬੰਦੀ ਵਾਂਗ ਵੇਖਿਆ ਜਾਣਾ ਚਾਹੀਦਾ ਹੈ। ਜੀ ਖਾਸ ਕਰਕੇ ਹੁਣ ਜਦੋਂ ਗਵਰਨਮੈਂਟ ਆਫ ਇੰਡੀਆ ਵੱਲੋਂ ਜਿਹੜੇ ਇਸ਼ੂ ਕੀਤੇ ਹੋਏ ਨੇ ਸਾਰੇ ਟੀਕੇ ਵੱਖ-ਵੱਖ ਸੂਬਿਆਂ ਨੂੰ, ਉਹ ਜੀ ਪੰਜਾਬ ਕੋਲ ਸਟਾਕ ਕੋਲ 5 ਦਿਨ ਦਾ ਰਹਿ ਗਿਆ, ਔਰ 5 ਦਿਨ ਬਾਅਦ ਉਹ ਟੀਕੇ ਮੁੱਕ ਜਾਣੇ ਨੇ। ਪਰ ਹੁਣ ਜਿਸ ਤਕੜਾਈ ਨਾਲ, ਕਰੜਾਈ ਨਾਲ ਇਸ ਵਕਤ ਸਾਰੇ ਸੂਬੇ ਦੇ ਵਿੱਚ, ਖਾਸ ਕਰਕੇ ਲੁਧਿਆਣਾ ਦਾ ਮੈਂ ਕਿਉਂਕਿ ਵਾਕਿਫ ਤਾਂ ਆ ਕਿ ਸਾਰਾ ਕੁਝ ਮੇਰੀ ਅੱਖਾਂ ਸਾਹਮਣੇ ਵਾਪਰ ਰਿਹਾ, ਜਿਸ ਕਿਸਮ ਦਾ ਟੀਕਾਕਰਨ ਪ੍ਰੋਗਰਾਮ ਇਸ ਵਕਤ ਮੁਹੱਲਿਆਂ 'ਚ, ਗਲੀਆਂ 'ਚ, ਵੱਖ-ਵੱਖ ਮਹਿਕਮਿਆਂ 'ਚ, ਹਸਪਤਾਲਾਂ 'ਚ ਕੀਤਾ ਜਾ ਰਿਹਾ, ਉਹ ਸਾਰਾ ਕੁਝ ਜਿਹੜਾ ਇਸ ਗੱਲ ਨੂੰ ਸਾਬਤ ਕਰਦਾ ਹੈ ਕਿ ਅਸੀਂ ਸਾਰੇ ਸੀਰੀਅਸਲੀ ਇਸ ਗੱਲ ਨੂੰ ਸਾਰੇ ਨੂੰ ਵਰਤਾ ਰਹੇ ਹਾਂ ਤੇ ਚਲਾ ਰਹੇ ਹਾਂ ਅੱਗੇ। ਹੁਣ ਸਾਡੇ ਇੱਥੇ ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਜਿਹੜਾ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਆਪਣਾ ਦੂਸਰਾ ਹੈਦਰਾਬਾਦ, ਉਹ ਉਸ ਦੀ ਸਪੈਸ਼ਲ ਸਟੱਡੀ ਕਰ ਰਿਹਾ ਕਿ ਇਹ ਸਾਰੀ ਡਰਾਈਵ ਕਿਵੇਂ ਹੋ ਰਹੀ ਹੈ। ਹੁਣ ਇੱਕ ਦਿਨ 'ਚ ਜੇ 10-10, 15-15 ਹਜ਼ਾਰ ਲੋਕਾਂ ਨੂੰ ਜੇ ਟੀਕਾਕਰਨ ਹੋ ਰਿਹਾ ਤਾਂ ਇਹ ਆਪਣੇ ਆਪ 'ਚ ਕਰਾਮਾਤ ਤੋਂ ਘੱਟ ਨਹੀਂ। ਪਰ ਦੂਸਰੇ ਪਾਸੇ ਗੱਲ ਇਹ ਵੀ ਹੈ ਕਿ ਲੋਕਾਂ ਦੇ ਮਨ 'ਚ ਦਹਿਸ਼ਤ ਬਹੁਤ ਵੱਡੀ ਹੈ। ਮੇਰੇ ਖਿਆਲ ਹਰ ਰੋਜ਼ ਮੈਨੂੰ ਇੱਕ ਅੱਧ ਫੋਨ ਆ ਜਾਂਦਾ, ਭਾਜੀ ਤੁਸੀਂ ਟੀਕਾ ਲਵਾ ਲਿਆ? ਮੈਂ ਕਹਿੰਦਾ ਹਾਂ ਮੈਂ ਪਹਿਲਾ ਲਵਾ ਲਿਆ, ਸੈਕੰਡ ਡੋਜ਼ ਮੈਂ ਲਵਾਉਣੀ ਹੈ ਜੇ। ਅੱਛਾ ਤੁਸੀਂ ਲਵਾ ਵੀ ਲਿਆ, ਤੁਹਾਨੂੰ ਬੁਖਾਰ ਹੋਇਆ ਸੀ? ਮੈਂ ਕਿਹਾ ਹਾਂ ਹੋਇਆ ਸੀ। ਕਿੰਨੇ ਦਿਨ ਹੋਇਆ ਸੀ? ਮੈਂ ਕਿਹਾ ਜੀ ਮੈਨੂੰ 2 ਦਿਨ ਬੁਖਾਰ ਹੋਇਆ ਸੀ, ਮੱਠਾ ਜਿਹਾ, ਤੀਸਰੇ ਦਿਨ ਲੈ ਗਿਆ ਸੀ। ਮੇਰੀ ਘਰ ਵਾਲੀ ਨੂੰ ਤਾਂ ਜੀ ਕਹਿੰਦੇ 3 ਦਿਨ ਹੋ ਗਏ ਬੁਖਾਰ ਨਹੀਂ ਲੈ ਰਿਹਾ। ਮੈਂ ਕਿਹਾ ਅੱਜ ਰਾਤ ਤੱਕ ਉਹਨੂੰ ਚਾਹ ਬਣਾ ਕੇ ਪਿਆ, ਵਿੱਚ ਲੌਂਗ ਲਾਗ ਪਾ ਕੇ ਦੇ, ਤੇ ਸ਼ਾਮ ਨੂੰ ਉਤਰ ਜਾਏਗਾ, ਉਹ ਬਾਅਦ 'ਚ ਨਹੀਂ ਚੜਦਾ। ਨਹੀਂ ਜੀ ਨਹੀਂ, ਇੱਕ ਮੇਰੇ ਸੰਢ ਨੂੰ ਹੋਇਆ ਸੀ ਜੀ, ਉਹ ਤਾਂ ਉਹਨੂੰ ਤਾਂ ਕੁਝ ਵੀ ਨਹੀਂ ਹੋਇਆ। ਤੇ ਮੈਂ ਕਿਹਾ ਯਾਰ ਇਹ ਗੱਲਾਂ ਸਾਰੀਆਂ ਜਿਹੜੀਆਂ ਨੇ ਉਹ ਖੌਫ 'ਚੋਂ ਨਿਕਲ ਰਹੀਆਂ ਗੱਲਾਂ ਤੇਰੇ ਮਨ ਦੇ ਵਿੱਚੋਂ। ਸੱਚ ਆ ਕਿ ਜਿਹੜੇ ਵਾਇਰਸ ਦੀ ਜਿਹੜੀ ਵੈਕਸੀਨ ਬਾਡੀ ਜਾਣੀ ਹੈ, ਜੇ ਉਹ ਅਸਰ ਕਰੇਗੀ ਤਾਂ ਹੀ ਉਸਨੇ ਬਾਡੀ ਦੇ ਅੰਦਰ ਹਿਲਜੁਲ ਜਿਹੜੀ ਹੋਣੀ ਹੈ, ਉਹ ਜਿਹੜੀ ਲੜਾਈ ਅੰਦਰ ਹੋਣੀ ਹੈ ਮਾੜਿਆਂ ਚੰਗਿਆਂ ਤੱਤਾਂ ਦੀ, ਉਹਨਾਂ ਨੇ ਹੀ ਉਸ ਨੂੰ ਬੁਖਾਰ ਨੂੰ, ਜਿਹਨੂੰ ਆਪਾਂ ਕਹਿੰਦੇ ਬੁਖਾਰ ਬਿਮਾਰੀ ਥੋੜੀ ਹੁੰਦੀ, ਕਿ ਬੁਖਾਰ ਇੱਕ ਸਿੰਪਟਮ ਹੈ। ਸੋ ਸਾਡੇ ਮਨਾਂ ਚਿੱਤਾਂ 'ਚੋਂ ਇਹ ਭਰਮ ਨਿਕਲਣ ਦੀ ਲੋੜ, ਕੱਢਣ ਦੀ ਲੋੜ ਹੈ ਮੀਡੀਆ ਨੂੰ ਖਾਸ ਕਰਕੇ, ਕਿ ਇਹ ਵੈਕਸੀਨ ਜਿਹੜੀ ਹੈਗੀ ਹੈ ਇਹ ਤੁਹਾਡੀ 100% ਦੀ ਗਾਰੰਟੀ ਕਿਸੇ ਚੀਜ਼ ਦੀ ਨਹੀਂ ਕਰ ਸਕਦਾ ਜੀ। 100% ਦੀ ਗਾਰੰਟੀ ਤਾਂ ਸਾਨੂੰ ਮਤਲਬ ਧਰਤੀ ਦੀ ਕੋਈ ਸ਼ੈ ਹੀ ਅਸੀਂ ਜਿਹਦੀ 100% ਦੀ ਮਿਲ ਸਕੇ ਗਾਰੰਟੀ। ਸੋ ਸਾਨੂੰ ਪੇਸ਼ਵਰਦੀ ਲਾਜ਼ਮੀ ਕਰਨੀ ਚਾਹੀਦੀ ਹੈ, ਹਰ ਬੰਦੇ ਨੂੰ ਟੀਕਾਕਰਨ ਡਰਾਈਵ ਦਾ ਹਿੱਸਾ ਬਣਨਾ ਚਾਹੀਦਾ, ਆਪ ਖੁਦ ਟੀਕਾ ਲਵਾਉਣਾ ਚਾਹੀਦਾ। ਔਰ ਜਿਹੜੀ ਅੱਜ ਸਟੱਡੀ ਆਈ ਨਵੀਂ ਕਿ ਜਿਹੜੇ 40 ਸਾਲ ਆਪਣੇ 44 ਸਾਲ ਤੋਂ ਛੋਟੀ ਉਮਰ ਦੇ ਲੋਕ ਨੇ, ਯੂਥ ਹੈ ਜਿਹੜਾ ਖਾਸ ਕਰਕੇ, ਉਹ ਕੋਵਿਡ ਦਾ ਸ਼ਿਕਾਰ ਤਾਂ ਹੋ ਰਿਹਾ, ਪਰ ਮਰ ਹੋ ਰਹੇ ਨੇ ਜਿਹੜੇ 60 ਸਾਲ ਤੋਂ ਉੱਤੇ ਵਾਲੇ ਨੇ ਜੀ। ਮਤਲਬ 44 ਤੋਂ ਥੱਲੇ ਵਾਲਿਆਂ ਨੂੰ ਕੋਵਿਡ ਤਾਂ ਹੋ ਰਿਹਾ ਪਰ ਮਰ ਨਹੀਂ ਰਹੇ, ਮਰ 60 ਤੋਂ ਤੁਲੇ ਰਹੇ ਨੇ। ਸੋ ਇਹ ਗੱਲ ਸਮਝਣ ਦੀ ਲੋੜ ਹੈ ਕਿ ਜਿਹਦੀ ਇਮਿਊਨਿਟੀ ਜਿੰਨੀ ਘੱਟ ਹੈ, ਜਿਹਦੀ ਜੀਵਨ ਸੁਰੱਖਿਆ ਦਾ ਅੰਦਰੂਨੀ ਸਿਸਟਮ ਜਿਹਦਾ ਜਿੰਨਾ ਠੀਕ ਹੈ, ਉਹਦੇ ਹਿਸਾਬ ਨਾਲ ਹੀ ਉਹਨੇ ਸਰਵਾਈਵ ਕਰਨਾ ਆ। ਔਰ ਕਈ ਲੋਕ ਐਸੇ ਵੀ ਨੇ ਜਿਹੜੇ ਆਪਣੇ ਘਰੇ ਹੀ ਉਹਨਾਂ ਕੁਆਰੰਟਾਈਨ ਆਪਣੇ ਨੂੰ ਕਰ ਲਿਆ, ਇਕਾਂਤਵਾਸ ਕਰ ਲਿਆ, ਤੇ ਉਹਨਾਂ ਨੇ ਮੈਡੀਸਿਨਸ ਵੀ ਉਹ ਲੈ ਲਈਆਂ ਜਿਹੜੀਆਂ ਮੈਡੀਸਿਨਸ ਆਲਰੇਡੀ ਰਿਕਮੈਂਡਡ ਨੇ, ਤੇ ਉਹਨਾਂ ਨੂੰ 9 ਹੋ ਗਏ ਨੇ। ਉਹਨਾਂ ਨੇ ਬਾਅਦ 'ਚ ਰਿਪੋਰਟ ਕਰਵਾਈ ਹੈ ਤੇ ਉਹ 100% ਹੀ ਆਪਣੇ ਆਪ ਨੂੰ ਉਹਨਾਂ ਨੇ ਨੈਗੇਟਿਵ ਪਾਇਆ। ਸੋ ਇਸ ਕਰਕੇ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ, ਵਾਇਰਸ ਤੋਂ ਡਰਨਾ ਨਹੀਂ, ਵਾਇਰਸ ਤੋਂ ਬਚਣਾ, ਔਰ ਬਚਾਓ ਤਾਂ ਹੈ ਜੇ ਅਸੀਂ ਮਤਲਬ ਇੱਕ ਵੱਖਰੀ ਕਿਸਮ ਦੇ ਭਰਮ ਜਾਲ 'ਚ ਨਾ ਪਈਏ। ਉਹ ਨਹੀਂ ਸਾਨੂੰ ਪੰਜਾਬੀਆਂ ਨੂੰ ਕੀ ਹੁੰਦਾ, ਸਾਨੂੰ ਜੱਟਾਂ ਨੂੰ ਕੀ ਹੁੰਦਾ, ਆਹ ਕੀ ਹੁੰਦਾ, ਉਹ ਕੀ ਹੁੰਦਾ, ਆਹ ਵੇਖੋ ਜੀ ਸਿੰਘੂ ਬਾਰਡਰ ਤੇ ਕਿਸੇ ਨੂੰ ਕਰੋਨਾ ਹੋਇਆ ਜੀ। ਮੇਰੇ ਕੋਲ 2 ਮਿਸਾਲਾਂ ਨੇ, ਮੇਰੇ ਕੋਲ ਹੀ ਨੇ, ਜਿੱਥੇ ਉਹ ਆ ਕੇ ਵਿਚਾਰੇ ਇੱਥੇ ਮਰੇ ਨੇ, ਆ ਕੇ ਆਏ ਵੀ ਪਰੇ ਉੱਥੋਂ ਗਾਜ਼ੀਪੁਰ ਤੋਂ ਤੇ ਸਿੰਘੂ ਬਾਰਡਰ ਤੋਂ ਸੀ। ਜੋਗਿੰਦਰ ਸਿੰਘ ਰਾਹਾਂ ਨੂੰ ਆਪ ਹੋ ਕੇ ਹਟਿਆ ਹੁਣੇ ਵਿਚਾਰੇ ਨੂੰ। ਇਸ ਕਰਕੇ ਇਹ ਗੱਲਾਂ ਕਹਿਣੀਆਂ ਕਿ ਨਹੀਂ ਜੀ ਸਾਨੂੰ ਨਹੀਂ ਹੁੰਦਾ, ਤੁਹਾਨੂੰ ਕਿਉਂ ਨਹੀਂ ਹੁੰਦਾ ਬਈ? ਜੀ ਤੁਹਾਡੇ ਕੋਈ 4-4 ਸਿਰ ਨੇ ਤੁਹਾਡੇ, ਵੀ ਤੁਹਾਨੂੰ ਨਹੀਂ ਹੁੰਦਾ, ਤੁਹਾਡੀਆਂ 8-8 ਲੱਤਾਂ ਨੇ ਜੀ। ਇਸ ਕਰਕੇ ਸਾਨੂੰ ਇਹ ਗੱਲਾਂ ਸੋਚਣੀਆਂ ਚਾਹੀਦੀਆਂ ਨੇ। ਇਸ ਕਿਸਮ ਦਾ ਫੋਕਾ ਹੰਕਾਰ ਤੇ ਫੋਕਾ ਘਮੰਡ ਜਿਹੜਾ ਹੈਗਾ ਉਹ ਇੱਕ ਪਾਸੇ ਲਾ ਦੇਣਾ ਚਾਹੀਦਾ ਜਰਾਬਾਂ ਨੂੰ, ਦਸਤਾਨਿਆਂ ਨੂੰ, ਤੇ ਸਾਨੂੰ ਸੱਚ ਨੂੰ ਰੂਬਰੂ ਹੋ ਕੇ ਸਾਹਮਣੇ ਬਹਿ ਕੇ ਸਾਨੂੰ ਉਹਦਾ ਅੱਖ ਚੱਕ ਪਾਉਣੀ ਚਾਹੀਦੀ ਹੈ। ਔਰ ਇਸ ਕਰੋਨਾ ਜਿਹੜੀ ਸਾਡੀ ਵੈਕਸੀਨ ਹੈ ਉਸ ਦੀ ਵਰਤੋਂ ਆਪਣੇ ਵਾਸਤੇ ਕਰਨੀ ਚਾਹੀਦੀ ਹੈ, ਔਰ ਆਪਣੇ ਸੰਪਰਕ ਸੂਤਰਾਂ ਨੂੰ ਵੀ ਇਸ ਗੱਲ ਤੋਂ ਸੁਚੇਤ ਕਰਨ ਦੀ ਲੋੜ ਹੈ ਕਿ ਡਰੋ ਨਾ, ਇਸ ਤੋਂ ਬਚੋ ਜੀ। ਤੇ ਗੁਰਭਜਨ ਜੀ, ਮੁੱਦੇ ਤੇ ਹੋਰ ਵੀ ਨੇ ਵੀ ਜਿਹੜੇ ਆਪਾਂ ਇਸ 'ਚ ਵਿਚਾਰ ਸਕਦੇ ਹਾਂ, ਪਰ ਇਸ ਵੇਲੇ ਜਿਹੜਾ ਸਮਾਂ ਹੈ ਨਾ, ਉਹ ਸਮਾਂ ਹੈ ਅਗਲੇ ਹਿੱਸੇ ਵੱਲ ਜਾਣ ਦਾ। ਉਹ ਹੈ ਮਿਸ਼ਨ 2022 ਚੋਣਾਂ।
ਚੋਣਾਂ 'ਚ ਕਿਹੜੀਆਂ-ਕਿਹੜੀਆਂ ਪਾਰਟੀਆਂ, ਉਹ ਤਾਂ ਸਭ ਨੂੰ ਪਤਾ ਹੈ। ਪਰ ਪਾਰਟੀਆਂ ਦੇ ਇਤਿਹਾਸਕ ਪਿਛੋਕੜ ਵੱਲ ਝਾਤ ਮਾਰੀਏ ਤੇ ਪਹਿਲੀ ਪਾਰਟੀ ਕਿਹੜੀ ਸੀ, ਕਦੋਂ ਹੋਂਦ ਵਿੱਚ ਆਈ, ਇਹਦੇ ਬਾਰੇ ਕੁਝ ਚਾਨਣਾ ਪਾਓ। ਉਦੋਂ ਪਹਿਲਾਂ ਮੈਂ ਚਾਹੁੰਦਾ ਇਸ ਗੱਲ ਤੇ ਪਾਉਣਾ ਚਾਹਾਂਗਾ ਕਿ ਗਵਰਨਮੈਂਟ ਆਫ ਇੰਡੀਆ ਨੇ ਜਿਹੜੀ ਨਵੀਂ ਇੱਕ ਨੀਤੀ ਘੜੀ ਹੈ, ਖਾਸ ਕਰਕੇ ਕਿ ਫਾਰਮਰਸ ਨੂੰ ਡਾਇਰੈਕਟ ਪੇਮੈਂਟ ਕੀਤੀ ਜਾਏਗੀ ਦੀ ਉਪਜ ਦੀ, ਹੂੰ, ਹੂੰ। ਉਹਦੀ ਥਾਂ ਦੇ ਉੱਤੇ ਉਹਨਾਂ ਨੇ ਮਾਰਜਨਲਾਈਜ਼ ਕਰਤਾ ਬਿਲਕੁਲ ਉਹ ਵਰਗ ਜਿਹੜਾ ਹੁਣ ਤੱਕ ਸਾਰੇ ਆਪਰੇਸ਼ਨ ਨੂੰ ਸਪੋਰਟ ਕਰਦਾ ਸੀ, ਆਪਰੇਟ ਕਰਦਾ ਸੀ। ਉਹ ਜੀ, ਸੀ ਆੜਤੀਆ ਸਿਸਟਮ ਸਾਡਾ, ਮੰਡੀਆਂ ਹੂੰ, ਸਾਡੀਆਂ ਦਾ ਹੂੰ। ਸਿਸਟਮ ਸੀ ਜਿਹੜਾ ਅੱਗੇ ਜੀ, ਪੇਮੈਂਟ ਜਿਹੜੀ ਸੀ ਏਜੰਸੀਜ਼ ਤੋਂ ਸਿੱਧੀ ਆੜਤੀਆ ਦੇ ਅਕਾਊਂਟ 'ਚ ਆਉਂਦੀ ਸੀ, ਆੜਤੀਆ ਕੋਲ ਟ੍ਰਾਂਸਫਰ ਫਾਰਮਰ ਨੂੰ ਕਰਦਾ ਸੀ। ਹੂੰ, ਕਰਦਾ ਵੀ ਹੂੰ। ਉਹਦੇ ਬੈਂਕ ਅਕਾਊਂਟ 'ਚ ਸੀ, ਇਹ ਨਹੀਂ ਵੀ ਜ਼ੁਬਾਨੀ ਕੈਸ਼ ਨਹੀਂ ਸੀ ਦਿੰਦਾ। ਇਹ ਗੱਲ ਵੱਖਰੀ ਵੀ ਜੀ, ਜਦੋਂ ਕੋਈ 4 ਪੈਸੇ ਲੈਣੇ ਹੁੰਦੇ ਸੀ ਉਹ ਤੋਂ ਜ਼ੁਬਾਨੀ ਕਲਾਮੀ ਲਿਖਾ ਕੇ ਪੜ੍ਹ ਕੇ ਲੈ ਲੈਂਦਾ ਸੀ, ਬਿਲਕੁਲ ਲੈ ਪਰ ਲੈਂਦੇ। ਜੀ, ਸਿਸਟਮ ਪਹਿਲਾਂ ਇੱਕ ਬਣਿਆ ਹੋਇਆ ਸਾਰੇ ਸਾਰਾ। ਹੁਣ ਹੂੰ, ਹੂੰ। ਲੈਂਡ ਰਿਕਾਰਡਸ ਜਿਹੜੇ ਨੇ ਖਾਸ ਕਰਕੇ ਸਾਡੇ ਕਈ ਟੱਬਰ ਇਹੋ ਜੀ, ਜਿਹੇ ਨੇ ਜਿਹਦੇ ਜ਼ਮੀਨ ਅਜੇ ਵੀ ਦਾਦੇ ਦੇ ਨਾਂ ਤੇ ਬੋਲਦੀ ਹੈ, ਤੇ ਦਾਦਾ ਮਰਿਆ ਹੋ ਗਏ ਹੂੰ। ਨੇ 35-35 ਸਾਲ, ਜੀ, ਅੱਗੋਂ ਜ਼ਮੀਨ ਚੜੀ ਨਹੀਂ ਹੋਈ ਪੁੱਤਰਾਂ ਦੇ ਨਾਂ ਦੇ ਉੱਤੇ, ਤੇ ਉਹ ਕਿਹੜੀਆਂ ਜਮਾਬੰਦੀਆਂ ਦੇਣਗੇ? ਹੂੰ, ਹੂੰ। ਅੱਛਾ, ਬੰਦਾ ਬੈਠਾ ਅਮਰੀਕਾ, ਜ਼ਮੀਨ ਉਹਦੀ ਲੁਧਿਆਣੇ ਆ, ਜੀ, ਉਹਦੀ ਪੇਮੈਂਟ ਕਿਹਦੇ ਕਿਹਦੇ ਖਾਤੇ 'ਚ ਆਏਗੀ? ਜਮਾਬੰਦੀ ਤਾਂ ਉਹਦੇ ਨਾਂ ਜੀ, ਤੇ ਹੈ। ਹੂੰ, ਹੂੰ। ਜਿਹੜਾ ਵਾਹੁੰਦਾ, ਜਿਹਨੇ ਦਾਣੇ ਬੀਜੇ ਨੇ, ਜਿਹਨੇ ਵਿਚਾਰੇ ਨੇ ਠੇਕਾ ਦੇਣਾ ਅੱਗੋਂ, ਉਹਦੇ ਨਾਲ ਉਹਦੇ ਪੈਸੇ ਨਹੀਂ ਉਹਦੇ ਨਾਲ ਖਾਤੇ 'ਚ ਤਾਂ ਆਉਣੇ। ਜੀ, ਉਹਦੇ ਕੋਲ ਜਮਾਬੰਦੀ ਹੈ ਨਹੀਂ ਉਹਦੇ ਕੋਲ। ਸੋ ਇਹ ਹੂੰ, ਕਈ ਹੂੰ। ਗੱਲਾਂ ਨਾ ਬਿਲਕੁਲ ਹੀ ਅਸੀਂ ਐਂ ਕਰਨ ਲੱਗ ਜਾਂਦੇ ਹਾਂ ਜਿਵੇਂ ਨਾ ਪਹਿਲਾਂ ਹੁੰਦਾ ਸੀ ਵੀ ਕੰਧ, ਕੱਚੀ ਕੰਧ ਕੱਢ ਲੈਂਦੇ ਸੀ, ਜਿਹੜੀ ਹੂੰ, ਮਿੱਟੀ ਵੱਧ ਜਾਂਦੀ ਸੀ ਉਹਨੂੰ ਕਈ ਨਾ ਛਾਂਕ ਦਿੰਦੇ ਸੀ। ਇਹ ਹੂੰ, ਕਾਨੂੰਨ ਬਣਾਉਣ ਹੂੰ। ਵਾਲਿਆਂ ਨੂੰ ਰੱਬ ਦਾ ਵਾਸਤਾ ਇਹ ਸਮਝਾਉਣ ਦੀ ਲੋੜ ਆ ਕਿ ਜਿਹੜਾ ਅਗਰੇਰੀਅਨ ਸਿਸਟਮ ਹੈ, ਜਿਹੜਾ ਕਿਸਾਨੀ ਦਾ ਸਾਡਾ ਸਿਸਟਮ ਹੈ, ਉਹ ਇੰਨਾ ਜੀ, ਮਸ਼ੀਨੀ ਨਹੀਂ ਹੈਗਾ ਕਿ ਅਸੀਂ ਉਸ ਜੀ, ਦੇ ਵਿੱਚ ਸਾਰਾ ਕੁਝ ਹੀ ਬੜਾ ਥਾਂ ਸਿਰ ਰੱਖਿਆ ਹੋਇਆ। ਜਿਹੜੇ ਬੰਗਾਲ ਹੂੰ, 'ਚ ਚੋਣਾਂ ਹੂੰ। ਲੜ ਰਹੇ ਨੇ, ਉਸ ਬੰਗਾਲ 'ਚ ਅਜੇ ਤੱਕ ਇਹਨਾਂ ਦੀ ਲੈਂਡ ਕੰਸੋਲੀਡੇਸ਼ਨ, ਲੈਂਡ ਹੋਲਡਿੰਗ ਹੀ ਨਹੀਂ ਹੋਈ। ਜੀ, ਸੋ ਇਹ ਸਾਰੇ ਸਿਸਟਮ ਦੇ ਵਿੱਚ ਜਦੋਂ ਸਾਡੀਆਂ ਇਲੈਕਸ਼ਨਾਂ ਦਾ 2022 ਦਾ ਸਾਲ ਸਾਹਮਣੇ ਆ ਰਿਹਾ, ਤਾਂ ਹੂੰ, ਸਾਨੂੰ ਹੂੰ। ਉਸ ਸਵਾਲ ਦਾ ਵੀ ਜਵਾਬ ਦੇਣਾ ਪਏਗਾ ਕਿ ਕਿਸ ਜੀ, ਕਿਸਮ ਦੀ ਗਵਰਨੈਂਸ ਸਾਨੂੰ ਕਿਸ ਬੰਦੇ ਨੇ ਦਿੱਤੀ, ਔਰ ਅੱਗੋਂ ਅਸੀਂ ਹੂੰ, ਉਹਦਾ ਹੂੰ। ਕੀਤਾ ਇਕਰਾਰ ਸੱਚ ਮੰਨਣਾ ਕਿ ਨਹੀਂ ਮੰਨਣਾ। ਜੀ, ਤੁਸੀਂ ਗੱਲ ਕੀਤੀ ਪੋਲੀਟੀਕਲ ਪਾਰਟੀਆਂ ਨੇ ਕਦੋਂ ਪੋਲੀਟੀਕਲ ਸਿਸਟਮ ਦੇ ਵਿੱਚ ਆਪਣੇ ਆਪ ਨੂੰ ਹਿੱਸੇਦਾਰ ਬਣਾਇਆ। ਇਹ ਗੱਲ ਜੀ, ਸੱਚ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਸਥਾਪਨਾ ਹੁੰਦੀ 1920 ਦੇ ਵਿੱਚ, ਉਦੋਂ ਤੋਂ ਬਾਅਦ ਚ ਇਸ ਨੇ ਪੋਲੀਟੀਕਲ ਸਿਸਟਮ ਦਾ ਹਿੱਸਾ ਬਣਨਾ ਸ਼ੁਰੂ ਕਰਤਾ ਸੀ। ਈਵਨ ਗੁਲਾਮ ਮੁਲਕ ਦੇ ਵਿੱਚ ਵੀ ਚੋਣਾਂ ਲੜਦੇ ਰਹੇ ਨੇ, ਪਰ ਜੀ, ਉਦੋਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਸ਼ੈ ਹੁੰਦੇ ਸੀ। ਜਿਵੇਂ ਜੀ। ਆਪਣੇ ਮੋਬਾਈਲ ਫੋਨ 'ਚ ਨਹੀਂ ਦੋ ਸਿਮ ਪੈ ਜਾਂਦੇ ਆ, ਹੂੰ, 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 ਹੂੰ। ਉਦੋਂ ਇੱਕੋ ਸਿਮ ਬੰਦਾ ਇੱਕ ਤੇ ਜੀ, ਦੋਹਰੀ ਮੈਂਬਰਸ਼ਿਪ ਲੈ ਸਕਦਾ ਸੀ। ਜੀ, ਗਿਆਨੀ ਕਰਤਾਰ ਸਿੰਘ, ਗਿਆਨੀ ਗੁਰਮੁਖ ਸਿੰਘ ਮੁਸਾਫਰ, ਹੂੰ। ਊਧਮ ਸਿੰਘ ਨਾਗੋ ਕੇ, ਆਪਣਾ ਈਸ਼ਰ ਸਿੰਘ ਮਝੈਲ, ਆਪਣਾ ਜੀ, ਕੀ ਨਾਂ ਸੀ ਉਹਨਾਂ ਦਾ, ਜੈਸਾ ਜਲਾਲ ਉਸਮਾ, ਦਰਸ਼ਨ ਸਿੰਘ ਜੀ, ਫੇਰੂਮਾਨ, ਤੇਜਾ ਸਿੰਘ ਹੂੰ, ਅਖਤਰਪੁਰੀ, ਇਹ ਸਾਰੇ ਹੀ ਮਤਲਬ ਹੂੰ। ਡਿਊਲ ਮੈਂਬਰਸ਼ਿਪ ਵਾਲੇ ਸੀ। ਗੁਰਮੁਖ ਸਿੰਘ ਜੀ, ਮੁਸਾਫਰ, ਇਹ ਸਾਰੇ ਹੂੰ, ਡਿਊਲ ਹੂੰ। ਮੈਂਬਰਸ਼ਿਪ ਵਾਲੇ ਸੀ। ਸੋ ਇਸ ਜੀ, ਕਰਕੇ ਇਹ ਸਾਰੀ ਜਿਹੜੀ ਗੱਲ ਸੀ ਕਿ ਕਿਸੇ ਵਕਤ ਬੜੀ ਸਹਿਣਸ਼ੀਲਤਾ ਸੀ ਆਪਸ ਦੇ ਵਿੱਚ, ਜੀ, ਔਰ ਤੁਸੀਂ ਯਕੀਨ ਕਰੋਗੇ ਕਿੱਡੇ ਕਿੱਡੇ ਵੱਡੇ ਸਾਡੇ ਕੋਲ ਲੋਕ ਹੋਏ ਕਿ ਉਹ ਕਮਿਊਨਿਸਟ ਹੁੰਦੇ ਹੋਏ ਵੀ ਅਕਾਲੀ ਮੋਰਚੇ ਦਾ ਹਿੱਸਾ ਵੀ ਰਹੇ। ਜੀ, ਜਿੱਦਾਂ ਚ ਉਹ ਆਪਣਾ ਸੋਹਣ ਸਿੰਘ ਜੋਸ਼ ਦਾ ਨਾਮ ਬੜਾ ਵੱਡਾ, ਜੀ, ਕਾਮਰੇਡ ਤੇਜਾ ਸਿੰਘ ਸੁਤੰਤਰ ਦਾ ਨਾਮ ਬੜਾ ਵੱਡਾ, ਹੂੰ, ਹੂੰ। ਔਰ ਈਵਨ ਬਾਬਾ ਸੋਹਣ ਸਿੰਘ ਭਕਨਾ ਦਾ ਨਾਮ ਕਿੱਡਾ ਵੱਡਾ। ਜੀ, ਇੱਥੋਂ ਤੱਕ ਕਿ ਜਿਹੜੇ ਗਦਰ ਪਾਰਟੀ ਦੇ ਬਾਨੀਆਂ ਚੋਂ ਮੁੱਖ ਸਨ, ਦੋ ਮਨੁੱਖ, ਬਾਬਾ ਆਪਣਾ ਰੱਬ ਦਾ ਰੱਬ ਭਲਾ ਕਰੇ, ਈਸ਼ਰ ਬਾਬਾ ਵਿਸਾਖਾ ਸਿੰਘ ਦਲੇਰ ਸਾਹਿਬ ਵਾਲੇ, ਜੀ, ਤੇ ਦੂਸਰੇ ਆਪਣੇ ਬਾਬਾ ਜੀ ਜਵਾਲਾ ਸਿੰਘ ਠੱਠੀਆਂ ਵਾਲੇ, ਜੀ, 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 ਜੀ। ਇਹ ਦੋਵੇਂ ਹੀ ਮਤਲਬ ਬਾਅਦ ਵਿੱਚ ਉਹਨਾਂ ਚੋਂ ਮੇਨ ਸਟ੍ਰੀਮ ਅਕਾਲੀ ਲੀਡਰਸ਼ਿਪ 'ਚ ਰਹੇ। ਔਰ ਬਾਬਾ ਹੂੰ, ਵਿਸਾਖਾ ਸਿੰਘ ਤਾਂ 1935 ਦੇ ਵਿੱਚ ਆਪਣੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਰਹੇ। ਜੀ, ਇੱਥੋਂ ਤੱਕ ਕਿ ਡਿਊਲ ਮੈਂਬਰਸ਼ਿਪ ਦੀ ਗੱਲ ਕਰਦਾ ਗੁਰਮੁਖ ਸਿੰਘ ਮੁਸਾਫਰ ਹੋਰਾਂ ਵੇਲਿਆਂ ਦੀ, ਉਹ ਹੂੰ, ਮਤਲਬ ਹੂੰ। ਪਹਿਲਾਂ ਫਰੀਡਮ ਫਾਈਟਰ ਸੀ। ਜੀ, ਫਰੀਡਮ ਫਾਈਟਰ ਦੇ ਨਾਲ ਨਾਲ ਉਹ ਬੰਦਾ ਕਾਂਗਰਸੀ ਵੀ ਸੀ, ਜੀ, ਉਹ ਬੰਦਾ ਜਥੇਦਾਰ ਅਕਾਲ ਤਖਤ ਵੀ ਸੀ, ਜੀ, ਉਹ ਬੰਦਾ ਲੇਖਕ ਵੀ ਸੀ, ਹੂੰ, ਹੂੰ। ਕਹਾਣੀਕਾਰ ਵੀ ਸੀ, ਕਵੀ ਵੀ ਸੀ, ਔਰ ਭਾਰਤੀ ਜੀ, ਸਾਹਿਤ ਅਕਾਡਮੀ ਪੁਰਸਕਾਰ ਵਿਜੇਤਾ ਸੀ। ਜੀ, ਉਹ ਬੰਦਾ ਮੈਂਬਰ ਰਾਜ ਸਭਾ ਵੀ ਬਣਿਆ, ਬਾਅਦ 'ਚ ਪੰਜਾਬ ਦਾ ਮੁੱਖ ਮੰਤਰੀ ਵੀ ਬਣਿਆ। ਹੂੰ, ਹੂੰ। ਸੋ ਜਿਹੜੀ ਹੌਲੀ ਹੌਲੀ ਮੁੱਕਰੀ ਸਹਿਣਸ਼ੀਲਤਾ ਹੈ ਨਾ, ਇਸ ਜੀ, ਨੇ ਸਾਡੇ ਪੋਲੀਟੀਕਲ ਕਲਚਰ ਸਾਰੇ ਨੂੰ ਤਬਾਹ ਕੀਤਾ। ਔਰ ਮੈਨੂੰ ਜੀ, ਲੱਗਦਾ ਕਿ ਉਹ ਵਕਤ ਬੜਾ ਹੀ ਚੰਗਾ ਵਕਤ ਹੋਏਗਾ ਜਦੋਂ ਇਸ ਕਿਸਮ ਦੀ ਕਿਆਰੇਬੰਦੀ ਨਹੀਂ ਸੀ। ਜੀ, ਇਸ ਕਿਆਰੇਬੰਦੀ ਨੇ ਅਲਟੀਮੇਟਲੀ ਸਾਨੂੰ ਧੜਿਆਂ 'ਚ ਵੰਡ ਦਿੱਤਾ, ਬਟੀਆਂ 'ਚ ਵੰਡ ਦਿੱਤਾ, ਸਾਨੂੰ ਜੀ, ਜੀ। ਵਾਲੀਬਾਲ ਮੈਚ ਖੇਡਣ ਲਾਤਾ। ਸੱਤਾ ਦੀ ਹੂੰ, ਹੂੰ। ਬਾਲ ਜਿਹੜੀ ਹੈਗੀ ਕਦੇ ਉੱਧਰ ਚਲੀ ਜਾ, ਉੱਧਰ ਚਲੀ ਜਾਂਦੀ ਹੈ। ਤੇ ਹੁਣ ਤਾਂ ਜੀ, ਹਾਲਤ ਇਹ ਹੋਈ ਪਈ ਹੈ ਕਿ ਜਿਹਨਾਂ ਜੀ, 2022 ਦੇ ਵਿੱਚ ਕੁਰਸੀ ਤੇ ਬਹਿਣਾ, ਹੂੰ, ਉਹ ਇਸ ਹੂੰ। ਉਡੀਕ 'ਚ ਨੇ ਕਿ ਜਿਹੜਾ ਵਰਤਮਾਨ ਹਾਕਮ ਹੈ ਉਹ ਕਿੰਨੀਆਂ ਵੱਧ ਜੀ, ਲੋਕਾਂ ਦੇ ਸਿਰ 'ਚ ਜੁੱਤੀਆਂ ਮਾਰਦਾ, ਤਾਂ ਕਿ ਹੂੰ, ਉਹ ਹੂੰ। ਉਹਦੇ ਕੋਲੋਂ ਸਿਰ ਚੁੱਕ ਚੁੱਕ ਕੇ ਸਾਡੇ ਅੱਗੇ ਲਾ ਦੇਣ। ਜੀ, ਉਹਨਾਂ ਨੇ ਭੁੱਲ ਗਿਆ ਕਿ 5 ਸਾਲ ਪਹਿਲਾਂ ਤੁਹਾਡੇ ਥੱਲੇ ਸਿਰ ਕੱਢ ਕੇ ਤੇ ਹੁਣ ਵਾਲਿਆਂ ਦੇ ਸਿਰ ਥੱਲੇ ਡਾਇਆ ਸੀ।
ਅੱਛਾ, ਜਿਹੜੇ ਬਾਕੀ ਜਿਹੜੇ ਵਰਗ ਨੇ ਸਾਰੇ ਜਿਹੜੇ ਸੱਤਾ ਤੋਂ ਬਾਹਰ ਨੇ, ਭਾਵੇਂ ਉਹ ਆਮ ਆਦਮੀ ਪਾਰਟੀ ਦੇ ਭਾਈਵਾਲ ਬਣਨ ਦੀ ਇੱਛਾਵਾਨ, ਅਕਾਲੀ ਦਲ ਡੈਮੋਕ੍ਰੇਟਿਕ ਹੈ ਜਿਹੜਾ ਸੁਖਦੇਵ ਸਿੰਘ ਢੀਂਡਸਾ ਵਾਲਾ, ਚਾਹੇ ਬਹੁਜਨ ਸਮਾਜ ਪਾਰਟੀ ਹੈ, ਉਹ ਹੁਣ ਇਹ ਨਹੀਂ ਪਤਾ ਲੱਗਦਾ ਉਹਨਾਂ ਨੂੰ ਵੀ ਅਸੀਂ ਜਾਣਾ ਕਿਹਦੇ ਨਾਲ ਆ, ਕਿਉਂਕਿ ਜੇ ਕਿਸਾਨ ਮੋਰਚੇ ਦਾ ਕੋਈ ਮੂੰਹ ਸਿਰ ਨਹੀਂ ਲੱਗ ਰਿਹਾ ਕਿ ਕਿਸਾਨ ਮੋਰਚੇ ਨਾਲ ਅਲਟੀਮੇਟਲੀ ਕਿੱਧਰ ਨੂੰ ਜਾਣਾ, ਕਿਤੇ ਇਹੀ ਪੰਜਾਬ ਕਿਸਾਨ ਪਾਰਟੀ ਬਣ ਕੇ ਸਾਹਮਣੇ ਤੇ ਨਹੀਂ ਆ ਜਾਣੀ। ਉਧਰੋਂ ਨਵਜੋਤ ਸਿੰਘ ਸਿੱਧੂ ਨੂੰ ਮੰਜੇ ਤੇ ਨਹੀਂ ਬਹਿਣ ਦਿੰਦੀ ਕਾਂਗਰਸ ਅਜੇ ਤੱਕ, ਭਾਵੇਂ ਉਹਨੂੰ ਵਰਤੀ ਜਾ ਰਹੀ ਬੰਗਾਲ ਦੇ ਵਿੱਚ, ਅਜੇ 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 ਉਹਦਾ ਕੁਝ ਨਹੀਂ ਪਤਾ ਵੀ ਕਿੱਧਰ ਨੂੰ ਜਾਣਾ ਉਹਨੇ, ਉਹ ਕਿਹੜੀ ਬੰਦੂਕ ਕਿੱਧਰ ਨੂੰ ਚੱਲ ਜਾਣੀ ਉਹਦੀ। ਸੋ ਇਸ ਕਰਕੇ ਇਹ ਸਾਰਾ ਜਿਹੜਾ ਇੱਕ ਖਿਲਾਰੇ ਦਾ ਤੇ ਗੰਦਲ ਚੌਧਰੀ ਦਾ ਕਲਚਰ ਤੇ ਆਲਮ ਜਿਹੜਾ ਡਿਵੈਲਪ ਹੋਇਆ ਹੋਇਆ ਪੰਜਾਬ ਦੇ ਵਿੱਚ, ਉਹਦੇ ਵਿੱਚ ਇੱਕ ਸਧਾਰਨ ਬੰਦਾ ਇੰਨਾ ਬੁਰੀ ਤਰ੍ਹਾਂ ਨਾਲ ਪਰੇਸ਼ਾਨ ਆ ਕਿ ਸਾਡੇ ਮਸਲੇ ਦਾ ਹੱਲ ਕੌਣ ਕਰੇਗਾ। ਪਾਵਰ ਤੇ ਲੈ ਲੈਣਗੇ, ਪਰ ਪਾਵਰ ਲੈ ਕੇ ਕਰਨਗੇ ਕੀ? ਹੁਣ ਜਿਵੇਂ ਕੱਲ ਬਰੰਗ ਮੋੜੇ ਨੇ 3 ਵਜ਼ੀਰ ਤੇ ਨਾਲ ਚੇਅਰਮੈਨ ਮੰਡੀਕਰਨ ਬੋਰਡ ਦਿੱਲੀ ਦੀ ਹਕੂਮਤ ਨੇ, ਮੈਂ ਕਹਿੰਦਾ ਇਹਨੂੰ ਵੱਡੀ ਹਾਰ ਨਹੀਂ ਹੋ ਸਕਦੀ ਕਿਸੇ ਲੋਕਤੰਤਰ ਦੇ ਵਿੱਚ ਆਮ ਰਾਏ ਆਮਾਂ ਦੀ, ਕਿ ਅਸੀਂ ਦੱਸ ਰਹੇ ਹਾਂ ਤੁਹਾਨੂੰ ਕਿ ਸਾਡਾ ਆੜਤੀਆ ਸਿਸਟਮ ਜਿਹੜਾ ਹੈਗਾ ਠੀਕ ਚੱਲ ਰਿਹਾ, ਫਾਰਮਰ ਕਹਿੰਦਾ ਸਾਨੂੰ ਠੀਕ ਚੱਲ ਰਿਹਾ, ਸਰਕਾਰ ਕਹਿ ਰਹੀ ਠੀਕ ਚੱਲ ਰਿਹਾ, ਤੁਸੀਂ ਕਹਿੰਦੇ ਨਹੀਂ 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 ਠੀਕ ਨਹੀਂ ਚੱਲ ਰਿਹਾ, ਇਹ ਫਾਰਮਰ ਨੂੰ ਸਿੱਧੀ ਪੇਮੈਂਟ ਕਰਨੀ ਸੀ, ਸਿੱਧੀ ਪੇਮੈਂਟ ਦਾ ਸਿਸਟਮ ਕੋਈ ਨਹੀਂ। ਉਧਰੋਂ ਆੜਤੀਏ ਹੜਤਾਲ ਦੇ ਮੂਡ 'ਚ ਨੇ, ਉਹ ਵੀ ਸੱਚੇ ਆਪਣੀ ਥਾਂ ਤੇ, ਉਹਨਾਂ ਦਾ ਜਿਹੜਾ ਮਤਲਬ ਕਈ ਪੁਸ਼ਤਾਂ ਤੋਂ ਚੱਲਦਾ ਆੜਤੀ ਸਿਸਟਮ ਹੈ, ਉਹਨਾਂ ਦਾ ਜੀਣ ਮਰਨ ਨਾਲ ਜੁੜਿਆ ਹੋਇਆ। ਸੋ ਜਿਹੜੀਆਂ 2022 ਦੀਆਂ ਚੋਣਾਂ ਨੇ, ਉਹਨਾਂ ਨੇ ਇਹਨਾਂ ਸਾਰਿਆਂ ਸਵਾਲਾਂ ਦੇ ਰੂਬਰੂ ਹਰ ਸਿਆਸਤਦਾਨ ਨੂੰ ਖੜਾ ਕਰਨਾ ਹੈ। ਇਸ ਕਰਕੇ ਬਹੁਤ ਕੁਝ ਜਿਹੜਾ ਹੈਗਾ ਇਹ ਨਾੜੂਆ ਬਹੁਤਾ ਵੱਜਿਆ ਹੋਇਆ ਸਾਰਾ ਹੀ ਕਿਸਾਨ ਮੋਰਚੇ ਨਾਲ ਸੰਬੰਧਿਤ ਹੈ, ਜਿਹੜਾ ਕਿੱਧਰ ਨੂੰ ਤੁਰਦਾ, ਕਿਵੇਂ ਮੁੜਦਾ, ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਹਾਲ ਦੀ ਘੜੀ। ਤੇ ਗੁਰਪ੍ਰਜਨ ਜੀ, ਤੁਸੀਂ ਸਹਿਣਸ਼ੀਲਤਾ ਦੀ ਗੱਲ ਕੀਤੀ ਤੇ ਮੇਰੇ ਮਨ 'ਚ ਸਵਾਲ ਹੈ ਕਿ ਅੰਦਰ ਖਾਤੇ ਤੇ ਸਾਰੇ ਨੇਤਾ ਇੱਕੋ ਜਿਹੇ ਹੁੰਦੇ ਨੇ ਤੇ ਇਕੱਠੇ ਬਹਿ ਕੇ ਰੋਟੀਆਂ ਵੀ ਖਾਂਦੇ ਤੇ ਇੱਕ ਦੂਜੇ ਦੇ ਪ੍ਰੋਗਰਾਮਾਂ ਵਿੱਚ ਵੀ ਸ਼ਾਮਿਲ ਹੁੰਦੇ ਨੇ, ਪਰ ਲੋਕਾਂ ਦੇ ਸਾਹਮਣੇ ਇੰਝ ਹੁੰਦੇ ਨੇ ਜਿਵੇਂ ਪੱਕੇ ਦੁਸ਼ਮਣ ਨੇ ਆਪਸ ਦੇ ਵਿੱਚ। ਬੇਟੇ ਤੁਸੀਂ ਰਾਮਲੀਲਾ ਨਿੱਕੇ ਹੁੰਦੇ ਦੇਖਦੇ ਨੇ ਪਿੰਡਾਂ ਦੇ ਵਿੱਚ? ਸੁਣੀ ਤਾਂ ਹੋਈ ਹੈ, ਟੀਵੀ 'ਚ ਦੇਖੀ ਹੋਈ ਬਹੁਤ ਵਾਰ। ਕਈ ਵਾਰ ਤੁਸੀਂ ਟੀਵੀ ਤੇ ਵੇਖੀ ਹੈ ਨਾ, ਤੁਸੀਂ ਪਿੰਡਾਂ 'ਚ ਨਹੀਂ ਹੁੰਦੀ ਵੇਖੀ। ਪਿੰਡਾਂ 'ਚ ਹੁੰਦਾ ਸੀ ਵੀ ਸੱਜੂ ਹਲਵਾਈ ਇੱਕ ਕਰੈਕਟਰ ਨਿਭਾ ਰਿਹਾ ਤੇ ਉਹਦਾ ਛੋਟਾ ਭਰਾ ਗੁਰਜ ਚੁੱਕ ਕੇ ਉਹਦੇ ਆਪੋਜ਼ਿਟ ਲੜ ਰਿਹਾ ਜੀ, ਤੇ ਸਵੇਰੇ ਉਹ ਜਦੋਂ ਆਪਣੀ ਹੱਟੀ ਤੇ ਬਹਿੰਦੇ ਸੀ, ਉੱਥੇ ਉਹ ਇਕੱਠੇ ਪਕੌੜੇ ਕੱਢੀ ਜਾਂਦੇ ਸੀ, ਇਕੱਠੇ ਉਹ ਚਾਹ ਪਾਣੀ ਪੀ ਜਾਂਦੇ ਸੀ, ਚਾਹ ਬਣਾ ਲੋਕਾਂ ਨੂੰ ਪਿਆਈ ਜਾਂਦੇ ਸੀ। ਇਹ ਮੈਂ ਆਪਣੀ ਅੱਖੀਂ ਵੇਖਿਆ ਸੀਨ ਹੈ। ਇਸ ਸਿਲਸਿਲੇ 'ਚ ਇੱਕ ਲਤੀਫਾ ਸੁਣਾਉਣਾ ਚਾਹਾਂਗਾ ਮੈਂ, ਜਿਹੜਾ ਬਹੁਤ ਵਾਜਬ ਹੈ ਜੀ। ਉਹ ਕੋਈ ਵਿਧਵਾ ਮਾਂ ਸੀ ਤੇ ਉਹਦਾ ਇੱਕ ਪੁੱਤਰ ਸੀ। ਪੁੱਤਰ ਨੇ ਵੇਖਿਆ ਵੀ ਲੋਕੀ ਸਾਰੇ ਨਿਆਣੇ ਲੋਕਾਂ ਦੇ ਜਿਹੜੇ ਨੇ ਉਹ ਫਿਲਮ ਦੇਖਣ ਜਾਂਦੇ ਨੇ, ਮੈਂ ਵੀ ਕਿਉਂ ਨਾ ਮਾਂ ਤੋਂ ਪੈਸੇ ਲੈ ਕੇ ਫਿਲਮ ਦੇਖਣ ਜਾਵਾਂ ਜੀ। ਉਹਨੇ ਮਾਂ ਨੂੰ ਕਿਹਾ, ਮਾਂ ਮੈਂ ਫਿਲਮ ਦੇਖਣੀ ਹੈ। ਕਹਿੰਦੀ ਪੁੱਤ ਕਿਹੜੀ ਵੇਖਣੀ ਤੂੰ? ਉਹਨੇ ਸੋਚਿਆ ਵੀ ਜੇ ਮੈਂ ਮਾਂ ਨੂੰ ਕਿਸੇ ਫਿਲਮ ਦਾ ਅਸਲੀ ਨਾਂ ਦੱਸ ਦਿੱਤਾ, ਮਾਂ ਨੇ ਮੈਨੂੰ ਰੁਪਈਏ ਨਹੀਂ ਦੇਣੇ ਜੀ। ਕਹਿੰਦੇ ਮਾਂ ਮੈਂ ਨਾ ਪੂਰਨ ਭਗਤ ਵੇਖਣੀ ਹੈ। ਅੱਛਾ ਜੀ। ਮਾਂ ਨੇ ਰੁਪਈਏ 10 ਕੱਢ ਕੇ ਉਹਨੂੰ ਫੜਾ ਤੇ ਵੀ ਜਾ ਪੁੱਤ ਜਾ ਕੇ ਪੂਰਨ ਭਗਤ ਵੇਖਿਆ। ਉਹਨੇ ਮਹੀਨੇ ਕੁ ਬਾਅਦ ਸੋਚਿਆ ਵੀ ਮੈਂ ਮਤਲਬ ਫਿਲਮ ਤੇ ਵੇਖਣੀ ਜੱਗਾ ਡਾਕੂ, ਤੇ ਜੇ ਮਾਂ ਨੂੰ ਜੱਗਾ ਡਾਕੂ ਕਹਿੰਦੀ ਮਾਂ ਨੇ ਪੈਸੇ ਨਹੀਂ ਦੇਣੇ। ਫਿਰ ਉਹਨੇ ਸੋਚਿਆ ਵੀ ਜੇ ਮਾਂ ਨੇ ਪੈਸੇ ਨਹੀਂ ਦੇਣੇ ਮੈਂ ਝੂਠ ਵੀ ਕਿਉਂ ਬੋਲਾਂ ਜੀ। ਕਹਿੰਦੇ ਪੁੱਤ ਕਿਹੜੀ ਫਿਲਮ ਦੇਖਣੀ? ਕਹਿੰਦੇ ਮਾਂ ਮੈਂ ਜੱਗਾ ਡਾਕੂ ਦੇਖਣੀ ਹੈ। ਕਹਿੰਦੀ ਪੁੱਤ ਭਾਵੇਂ 10 ਰੁਪਈਏ ਹਰ ਮਹੀਨੇ ਲੈ ਜਾ ਕਰ ਜੀ, ਪਰ ਇਹ ਗੱਲ ਪੱਲੇ ਬੰਨ ਲੈ, ਇਹ ਫਿਲਮਾਂ ਵਾਲੇ ਆਪੇ ਜੱਗੇ ਡਾਕੂ ਨੇ, ਆਪੇ ਪੂਰਨ ਭਗਤ ਨੇ, ਆਪਣੇ ਰੁਪਈਏ ਖਿੱਚਣ ਦਾ ਢਕਵਾਂਜਾ ਸਾਰਾ ਜੀ। ਬਿਲਕੁਲ ਸਹੀ। ਇਹ ਪੁੱਤਰ ਜਿਹੜੀ ਸਾਰੀ ਸਿਆਸਤ ਹੈ ਖਾਸ ਕਰਕੇ ਸੂਬੇ ਦੀ, ਇਹ ਲੋਕ ਹਤੈਸ਼ੀ ਸਿਆਸਤ ਨਹੀਂ ਹੈ। ਬਹੁਤ ਸਾਰੇ ਸੱਜਣ ਪਿਆਰੇ ਮੈਨੂੰ ਵੀ ਮਿਲਦੇ ਗਿਲਦੇ ਨੇ, ਕਈ ਕਹਿਣਗੇ ਇਹਨਾਂ ਸੱਚ ਨਾ ਬੋਲਿਆ ਕਰ। ਮੈਂ ਕਿਹਾ ਸੱਚ ਕਿਉਂ ਨਾ ਬੋਲਾਂ ਬਈ ਜੀ। ਮੈਂ ਤਾਂ ਪਿਛਲੇ ਕਈ ਸਾਲਾਂ ਤੋਂ ਤੁਹਾਡਾ ਸਕੱਤਰੇ ਤੇ ਨਹੀਂ ਵੇਖਿਆ ਕਿੱਥੇ ਬਹਿੰਦੇ ਹੋ ਤੁਸੀਂ, ਕੀ ਕਰਦੇ ਹੋ ਤੁਸੀਂ। ਮੈਂ ਤਾਂ ਤੁਹਾਡੀ ਹਰਕਤਾਂ ਇੱਥੇ ਦੇਖਦਾ ਕਿ ਤੁਸੀਂ ਕੁੱਲ ਮਿਲਾ ਕੇ ਲੋਕਾਂ ਨੂੰ ਖੱਜਲ ਖੁਆਰ ਕਰਦੇ ਹੋ ਤੇ ਉਹ ਯੋਜਨਾਵਾਂ ਬਣਾਉਂਦੇ ਹੋ ਜਿਹੜੀਆਂ ਯੋਜਨਾਵਾਂ ਬਹੁਤੀ ਵਾਰੀ ਲੋਕਾਂ ਲਈ ਪ੍ਰੈਕਟੀਕਲ ਨਹੀਂ ਹੁੰਦੀਆਂ। ਸੋ ਇਸ ਕਰਕੇ ਜਿਹੜੀ ਲੋਕ ਹਿਤੈਸ਼ੀ ਸਿਆਸਤ ਹੈ ਉਸ ਦਾ ਚੈਪਟਰ ਗਵਾਚਣ ਕਰਕੇ ਮਨ ਦੇ ਅੰਦਰ ਇਹ ਆਉਂਦਾ ਕਿ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਜਿੱਤਣ ਦੀ ਜਾਂਚ ਤਾਂ ਆ ਗਈ ਹੈ, ਪਰ ਗਵਰਨੈਂਸ ਦੇਣ ਦੀ ਜਾਂਚ ਨਹੀਂ ਆਈ। ਉਹ ਜੇ ਵੀ ਟੇਕ ਉਹਦੀ ਸਾਰੀ ਜਿਹੜੀ ਹੈਗੀ ਉਹ ਬਿਊਰੋਕ੍ਰੇਸੀ ਤੇ ਆ, ਤੇ ਬਿਊਰੋਕ੍ਰੇਸੀ ਇੰਨੀ ਇੰਡੀਅਨ ਅਵਤਾਰ ਸਰਵਿਸ ਬਣੀ ਹੋਈ ਹੈ ਕਿ ਉਹ ਆਪਣੇ ਆਪ ਨੂੰ ਦੇਵਤੇ ਸਮਝਦੇ ਨੇ ਕਿ ਜੇ ਮੈਂ ਸੈਕਟਰੀ ਐਨੂਅਲ ਹਸਬੈਂਡਰੀ ਹੈ ਤੇ ਮੈਨੂੰ ਸਾਰਾ ਐਨੂਅਲ ਹਸਬੈਂਡਰੀ ਬਾਰੇ ਪਤਾ ਹੈ, ਪਸ਼ੂ ਪਾਲਣ ਬਾਰੇ ਮੈਂ ਸਭ ਕੁਝ ਜਾਣਦਾ। ਉਦੋਂ ਬਾਅਦ ਚ ਉਹਨੂੰ ਲਾ ਦਿੰਦੇ ਨੇ ਐਗਰੀਕਲਚਰ ਜਾਂ ਕਲਚਰ ਦਾ ਕੋਈ ਵਜ਼ੀਰ ਸੈਕਟਰੀ ਲਾ ਦਿੰਦੇ ਨੇ, ਫਿਰ ਉਹ ਕਹਿੰਦਾ ਮੈਨੂੰ ਸੈਕਟਰੀ ਕਲਚਰ ਦਾ ਸਾਰਾ ਕੁਝ ਹੀ ਪਤਾ ਹੈ। ਉਦੋਂ ਬਾਅਦ ਲਾ ਦਿੰਦੇ ਟੈਕਨੀਕਲ ਐਜੂਕੇਸ਼ਨ ਦਾ, ਉਹ ਕਹਿੰਦਾ ਮੈਨੂੰ ਸਾਰਾ ਕੁਝ ਟੈਕਨੀਕਲ ਐਜੂਕੇਸ਼ਨ ਦਾ ਵੀ ਪਤਾ ਹੈ ਜੀ। ਉਦੋਂ ਬਾਅਦ ਐਨਵਾਇਰਨਮੈਂਟ ਦਾ ਬਣਾ ਦਿੰਦੇ ਨੇ, ਉਹ ਕਹਿੰਦਾ ਐਨਵਾਇਰਨਮੈਂਟ ਬਾਰੇ ਮੈਨੂੰ ਕੀ ਨਹੀਂ ਪਤਾ। ਉਹ ਟੈਕਨੋਲੋਜਿਸਟ ਨੂੰ ਸਮਝਦਾ ਕਿ ਇਹ ਵਾਧੂ ਘੱਟ ਸਮਾਨ ਹੈ ਜੀ। ਸੋ ਕੁੱਲ ਮਿਲਾ ਕੇ ਸਾਨੂੰ ਇਸ ਗੱਲ ਦਾ ਖਿਆਲ ਰੱਖਣਾ ਪਏਗਾ ਕਿ ਅਸੀਂ ਇਹ ਸਾਰੇ ਦਾ ਇੱਕ ਸੁਮੇਲ ਕਿਵੇਂ ਕਰਦੇ ਹਾਂ ਜੀ। ਸਾਨੂੰ ਪੋਲੀਟੀਕਲ
ਇਲੈਕਟਡ ਰਿਪਰੈਜ਼ੈਂਟੇਟਿਵ ਚਾਹੀਦਾ, ਕਿਉਂਕਿ ਸਾਡਾ ਵਿਧਾਨ ਸਾਨੂੰ ਵਿਧਾਨ ਪਾਲਿਕਾ ਤੋਂ ਵੱਡੀਆਂ ਆਸਾਂ ਉਮੀਦਾਂ ਬਣਾਉਂਦਾ। ਸਾਨੂੰ ਐਗਜ਼ੀਕਿਊਟਿਵ ਵੀ ਚਾਹੀਦੀ ਹੈ ਜਿਹਨੇ ਉਹਨਾਂ ਫੈਸਲਿਆਂ ਨੂੰ, ਵਿਧਾਨ ਦੇ ਫੈਸਲਿਆਂ ਨੂੰ ਲਾਗੂ ਕਰਨਾ ਹੈ। ਸਾਨੂੰ ਜੁਡੀਸ਼ਰੀ ਵੀ ਉਸ ਪੱਧਰ ਦੀ ਚਾਹੀਦੀ ਹੈ ਜਿਹੜੀ ਜੁਡੀਸ਼ਰੀ ਸਾਨੂੰ ਇਨਸਾਫ ਦੇਵੇ। ਜੂਰਿਸਪ੍ਰੂਡੈਂਸ ਦਾ ਮਤਲਬ ਇਹੀ ਹੈ ਕਿ ਇਨਸਾਫ ਸਾਨੂੰ ਸਾਡਾ ਧੱਕਾ ਨਾ ਕਰ ਸਕੇ ਸਮੇਂ ਸਿਰ, ਪਲੱਸ ਸਾਨੂੰ ਸਹੀ ਇਨਸਾਫ ਜਿਹੜਾ ਹੈਗਾ ਉਹ ਲੱਭੇ। ਇਸ ਕਰਕੇ ਇਹ ਸਾਰੇ ਸੰਸਥਾਵਾਂ ਤੇ ਇੰਸਟੀਟਿਊਸ਼ਨ ਚਾਹੀਦੇ ਜ਼ਰੂਰ ਨੇ, ਪਰ ਥਾਂ ਸਿਰ ਚਾਹੀਦੇ ਨੇ। ਇਹ ਨਾ ਹੋਵੇ ਕਿ ਵਿਧਾਨ ਪਾਲਿਕਾ ਦਾ ਜਿਹੜਾ ਨੁਮਾਇੰਦਾ ਆ ਉਹ ਗਵਰਨੈਂਸ ਕਰਦਾ ਫਿਰੇ, ਜਿਹੜਾ ਗਵਰਨੈਂਸ ਦੇਣ ਵਾਲਾ ਉਹ ਜੁਡੀਸ਼ਰੀ ਦਾ ਕੰਮ ਕਰਦਾ ਫਿਰੇ, ਤੇ ਜੁਡੀਸ਼ਰੀ ਵਾਲਾ ਡਾਂਗ ਚੁੱਕ ਕੇ ਪੁਲਿਸਿੰਗ ਕਰਦਾ ਹੋਵੇ। ਇਹ ਥਾਂ ਸਿਰ ਹੀ ਚਾਹੀਦਾ। ਇਸ ਕਰਕੇ ਸਾਨੂੰ ਸਾਰਿਆਂ ਨੂੰ ਇਸ ਗੱਲ ਤੋਂ ਵਿਜੀਲੈਂਟ ਰਹਿਣ ਦੀ ਲੋੜ ਹੈ ਕਿ ਉਸ ਕਿਸਮ ਦਾ ਇਲੈਕਟਡ ਰਿਪਰੈਜ਼ੈਂਟੇਟਿਵ ਸਾਡਾ ਹੋਵੇ ਜਿਹੜਾ ਲੋਕਾਂ ਨੂੰ ਲੋਕ ਹਿਤੈਸ਼ੀ ਨੀਤੀਆਂ ਦੇ ਨਾਲ ਸਾਨੂੰ ਉਹਨਾਂ ਸੁੱਖਾਂ ਤੱਕ ਲੈ ਕੇ ਜਾਵੇ ਜਿਹਦੀ ਆਸ ਉਮੀਦ ਕਰਦੇ ਹਾਂ ਸਾਡੇ ਸੈਂਕੜੇ ਭਾਰਤੀ ਬਲੀ ਦੀ ਵੇਦੀ ਤੇ ਚੜੇ ਸੀ, ਸ਼ਹਾਦਤਾਂ ਦਿੱਤੀਆਂ ਜਿਨ੍ਹਾਂ ਨੇ। ਵੋਟ ਪਾਉਣਾ ਕੋਈ ਸ਼ਹਾਦਤ ਨਹੀਂ, ਉਹ ਜਿਹੜੇ ਜਾਨਾਂ ਕੁਰਬਾਨ ਕਰ ਗਏ ਉਹਨਾਂ ਦੇ ਸੁਪਨੇ ਸੀ, ਉਹਨਾਂ ਦੇ ਆਦਰਸ਼ ਸੀ। ਉਹਨਾਂ ਆਦਰਸ਼ਾਂ ਦੇ ਸੁਪਨੇ ਦੀ ਪੂਰਤੀ ਵਾਸਤੇ ਸਾਨੂੰ ਉਸ ਕਿਸਮ ਦਾ ਨਿਜ਼ਾਮ ਉਸਾਰਨ ਵਾਸਤੇ ਚੰਗੇ ਨੁਮਾਇੰਦੇ ਜਿਹੜੇ ਨੇ ਉਹ ਚੁਣਨ ਦੀ ਲੋੜ ਹੈ। ਮਤਲਬ ਵੋਟ ਅਸੀਂ ਸੋਚ ਸਮਝ ਕੇ ਪਾਈਏ, ਲਾਲਚ ਦੇ ਵਿੱਚ ਨਾ ਆਈਏ। ਨਹੀਂ, ਸਭ ਤੋਂ ਪਹਿਲਾਂ ਤਾਂ ਸੋਚਣ ਸਮਝਣ ਉਹ ਪਰਵਿੰਦਰ ਜੀ ਜਿਹੜੇ ਜਿਨ੍ਹਾਂ ਨੇ ਟਿਕਟਾਂ ਦੇਣੀਆਂ ਜੀ। ਜੇ ਦੋਵੇਂ ਪਾਸੇ ਉਹ ਚੱਕੇ ਨੇ ਤਾਂ ਤੁਸੀਂ ਕੀ ਚੋਣ ਕਰ ਲੋਗੇ? ਮਾਫ ਕਰਨਾ, ਜੇ ਦੋਵੇਂ ਹੀ ਉਹ ਲੋਕ ਨੇ ਜਿਹੜੇ ਕਿਸੇ ਨਾ ਕਿਸੇ ਕੇਸ 'ਚ ਵਾਂਟਡ ਨੇ ਪਰ ਬੇਲ ਤੇ ਨੇ, ਅਜੇ ਤੱਕ ਉਹ ਮੁਜਰਮ ਨਹੀਂ ਸਾਬਤ ਹੋਏ, ਤੇ ਕੀ ਕਰੋਗੇ ਤੁਸੀਂ? ਤੁਹਾਡੀ ਚਾਇਸ ਵੀ ਤਾਂ ਆਖਿਰ ਉਹਨਾਂ ਲੋਕਾਂ ਦੇ ਵਿੱਚੋਂ ਹੀ ਹੈ ਨਾ। ਜੇ 52 ਪੱਤੇ ਤਾਸ਼ਦੇ ਤਾਂ 52 ਦੇ ਵਿੱਚੋਂ ਪੱਤੇ ਚੁਣਨੇ ਤੁਸੀਂ। ਇਸ ਕਰਕੇ ਪੋਲੀਟੀਕਲ ਪਾਰਟੀਆਂ ਨੂੰ ਵੀ ਆਪਣੀ ਰਿਸਪਾਂਸਿਬਿਲਿਟੀ ਦਾ ਅਹਿਸਾਸ ਕਰਨ ਦੀ ਲੋੜ ਹੈ, ਕਿਉਂਕਿ ਲੋਕ ਹੁਣ ਅੱਕੇ ਵੀ ਪਏ ਨੇ, ਥੱਕੇ ਵੀ ਪਏ ਨੇ। ਇਹਨਾਂ ਹੋਰ ਨਾ ਕਾਓ, ਹੋਰ ਨਾ ਥਕਾਓ ਜੀ। ਤੇ ਗੁਰਭਜਨ ਜੀ, ਅਗਲੇ ਹਿੱਸੇ ਵੱਲ ਆਉਂਦੇ ਹਾਂ। ਸ਼ਰਧਾਂਜਲੀਆਂ, ਬਰਸੀਆਂ ਯਾਦ ਕਰਦੇ ਹਾਂ ਅਸੀਂ ਉਹਨਾਂ ਹਸਤੀਆਂ ਨੂੰ ਜਿਨ੍ਹਾਂ ਨੇ ਇਤਿਹਾਸ ਦੇ ਪੰਨਿਆਂ ਤੇ ਆਪਣਾ ਨਾਂ ਦਰਜ ਕਰਵਾਇਆ, ਤੇ ਕੁਝ ਇਹੋ ਜਿਹੀਆਂ ਸ਼ਰਧਾਂਜਲੀਆਂ ਤੇ ਬਰਸੀਆਂ ਜਿਨ੍ਹਾਂ ਨੂੰ ਤੁਸੀਂ ਅੱਜ ਯਾਦ ਕਰ ਰਹੇ ਹੋ। ਰਾਤ ਹੀ ਬੜਾ ਲੇਟ ਨਾਈਟ ਇੱਕ ਟੈਲੀਫੋਨ ਦੇ ਉੱਤੇ ਸੰਦੇਸ਼ ਆਇਆ ਕਿ ਪੰਜਾਬੀ ਨਾਵਲਕਾਰ ਜਿਹੜੇ ਪਿਛਲੇ ਲਗਭਗ 40-50 ਸਾਲ ਤੋਂ ਬਰਤਾਨੀਆ 'ਚ ਰਹਿ ਰਹੇ ਸੀ, ਦਰਸ਼ਨ ਧੀਰ, ਉਹ ਸੁਰਗਵਾਸ ਹੋ ਗਏ ਨੇ। ਉਹਨਾਂ ਨੇ ਲਗਭਗ 15 ਨਾਵਲ ਲਿਖੇ ਔਰ ਕੋਈ ਲਗਭਗ 12 ਦੇ ਕਰੀਬ ਕਹਾਣੀਆਂ ਦੀ ਕਿਤਾਬਾਂ ਨੇ ਉਹਨਾਂ ਦੀਆਂ। ਬੜਾ ਨੇਕ ਇਨਸਾਨ ਸੀ। ਜੰਡਿਆਲਾ ਮੰਝਕੀ ਜ਼ਿਲ੍ਹਾ ਜਲੰਧਰ ਦੇ ਵਿੱਚ ਉਹਨਾਂ ਦਾ ਜਨਮ ਸਥਾਨ ਹੈ, ਔਰ ਜੰਡਿਆਲਾ ਦੀ ਭੂਮੀ ਤੋਂ ਹੀ ਉਹ ਗਏ ਬਰਤਾਨੀਆ ਦੇ ਵਿੱਚ ਕਮਾਈਆਂ ਕਰਨ ਵਾਸਤੇ। ਸਾਹਿਤ ਸਿਰਜਣਾ ਦੇ ਖੇਤਰ ਦੇ ਵਿੱਚ ਉਹਨਾਂ ਨੇ 28-29 ਕਿਤਾਬਾਂ ਲਿਖੀਆਂ, ਔਰ ਮੇਰੇ ਖਿਆਲ 2016 ਜਿਹੜਾ ਸਮਾਗਮ ਹੋਇਆ ਭਾਸ਼ਾ ਵਿਭਾਗ ਪੰਜਾਬ ਦਾ, ਉਸ ਵਿੱਚ ਉਹਨਾਂ ਨੂੰ ਇੱਕ ਸ਼੍ਰੋਮਣੀ ਲੇਖਕ ਦਾ ਪੁਰਸਕਾਰ ਵੀ ਨਸੀਬ ਹੋਇਆ ਪੰਜਾਬ ਬਾਹਰਲੀ ਕੈਟਾਗਰੀ ਦੇ ਵਿੱਚ। ਸੋ ਇੱਕ ਚੰਗੇ ਇਨਸਾਨ ਦੇ ਜਾਣ ਦੇ ਉੱਤੇ ਮੇਰਾ ਵੀ ਮਨ ਉਦਾਸ ਹੈ। ਮੇਰੇ ਜ਼ਾਤੀ ਤੌਰ ਤੇ ਮਿੱਤਰ ਸਨ, ਜਦੋਂ ਕਦੇ ਆਉਂਦੇ ਹਰ ਵਾਰ ਮਿਲਦੇ। ਜਦੋਂ ਵਰਲਡ ਪੰਜਾਬੀ ਕਾਨਫਰੰਸ ਅਸੀਂ ਕਰਾਉਂਦੇ ਹਾਂ ਜੀਜੀਐਨ ਖਾਲਸਾ ਕਾਲਜ ਦੇ ਵਿੱਚ ਪ੍ਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ, ਉਸ ਵਿੱਚ ਉਹ ਲਗਾਤਾਰ 3 ਕਾਨਫਰੰਸਾਂ ਸ਼ਾਮਲ ਹੋਏ ਔਰ ਉਹਨਾਂ ਨੂੰ ਆਨੰਦ ਕੀਤਾ ਗਿਆ। ਪਿਛਲੀ ਵਾਰ ਤਾਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਬੜੇ ਵੱਡੇ ਪੱਧਰ ਤੇ, ਕਿਉਂਕਿ ਉਹਨਾਂ ਦਾ ਕੰਮ ਬੜਾ ਅੱਛਾ ਹੈ। ਡਾਕਟਰ ਐਸ.ਪੀ. ਸਿੰਘ ਜਿਹੜੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਲਾਈਮਲਾਈਟ 'ਚ ਲਿਆਂਦਾ ਜਦੋਂ ਵਾਈਸ ਚਾਂਸਲਰ ਬਣੇ ਗੁਰੂ ਨਾਨਕ ਯੂਨੀਵਰਸਿਟੀ ਦੇ, ਉਹਨਾਂ ਦੇ ਨਾਵਲ ਕਹਾਣੀਆਂ ਸਿਲੇਬਸ 'ਚ ਲਾਈਆਂ। ਔਰ ਦਰਸ਼ਨ ਸਿੰਘ ਧੀਰ ਤੋਂ ਅਸੀਂ ਬਹੁਤ ਵੱਡੀਆਂ ਅਜੇ ਹੋਰ ਉਮੀਦਾਂ ਕਰਦੇ ਸਾਂ, ਪਰ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ। ਸੋ ਉਹਨਾਂ ਦੇ ਜਾਣ ਦੇ ਉੱਤੇ ਮਨ ਬਹੁਤ ਉਦਾਸ ਹੈ। ਬਾਕੀ ਇੱਕ ਬਹੁਤ ਅੱਛੇ ਅਧਿਆਪਕ ਪੰਜਾਬੀ ਦੇ ਸਰ ਜਗਦੇਵ ਸਿੰਘ ਗਰੇਵਾਲ, ਜਿਹੜੇ ਬਹੁਤ ਲੰਮਾ ਸਮਾਂ ਲਗਭਗ 35 ਸਾਲ ਉਹਨਾਂ ਨੇ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੇ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਤੌਰ ਤੇ ਕੰਮ ਕੀਤਾ, ਔਰ ਆਪ ਡਾਕਟਰ ਗੁਲਵੰਤ ਸਿੰਘ ਹੋਰਾਂ ਦੇ ਵਿਦਿਆਰਥੀ ਸਨ ਗਵਰਨਮੈਂਟ ਕਾਲਜ ਲੁਧਿਆਣਾ ਦੇ ਵਿੱਚ। ਉਹ ਵੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ। ਉਹਨਾਂ ਦੇ ਜਾਣ ਤੇ ਵੀ ਅਸੀਂ ਉਦਾਸ ਹਾਂ, ਕਿਉਂਕਿ ਵਿਦਵਾਨ ਪੁਰਸ਼ ਸਨ। ਮੈਨੂੰ ਵੀ ਮੌਕਾ ਮਿਲਿਆ 1976-77 ਚ ਉਹਨਾਂ ਦੇ ਨਾਲ 1 ਸਾਲ ਕੰਮ ਕਰਨ ਦਾ। ਬਹੁਤ ਘੱਟ ਬੋਲਦੇ ਸੀ, ਪਰ ਬਹੁਤ ਗਹਿਰ ਗੰਭੀਰੇ ਔਰ ਚਿੰਤਨਸ਼ੀਲ ਮਨ ਦੇ ਉਹ ਸਵਾਮੀ ਸੀ। ਬਾਕੀ ਇਹ ਆ ਕਿ ਅਜੇ ਪੁਰਾਣੀਆਂ ਉਦਾਸੀਆਂ ਦਾ ਹੀ ਅਜੇ ਬੋਝ ਨਹੀਂ ਲੈ ਰਿਹਾ ਮਨ ਦੇ ਉੱਤੋਂ, ਜਿਨ੍ਹਾਂ 'ਚ ਤੁਹਾਨੂੰ ਪਤਾ ਹੀ ਹੈ ਕਿ ਸ਼ੌਕਤ ਅਲੀ ਭਾਜੀ ਦਾ ਜਾਣਾ, ਤਰਸੇਮ ਬਾਈਆ ਜੀ ਦਾ ਜਾਣਾ, ਇੰਦਰਜੀਤ ਪ੍ਰਿੰਸੀਪਲ ਸਾਹਿਬ ਦਾ ਜਾਣਾ, ਦਿਲਜਾਨ ਦਾ ਜਾਣਾ, ਇਹ ਸਾਰਾ ਕੁਛ ਅਜੇ ਮਨ ਤੇ ਇੰਨਾ ਭਾਰੂ ਹੋਇਆ। ਬਾਕੀ ਇਹ ਆ ਕਿ ਕੋਈ ਵਕਤ ਹੁੰਦਾ ਕਿ ਉਦੋਂ ਮੌਤਾਂ ਦੀ ਝੜੀ ਲੱਗ ਜਾਂਦੀ ਹੈ। ਤਾਰਨ ਗੁਜਰਾਲ ਦਾ ਚਲੇ ਜਾਣਾ,
ਇਸ ਕਰਕੇ ਮੈਂ ਉਸ ਦਿਨ ਨੂੰ ਸੁਭਾਗਾ ਮੰਨਦਾ ਜਿਸ ਦਿਨ ਕੋਈ ਮੰਦੀ ਖਬਰ ਨਹੀਂ ਆਉਂਦੀ। ਸੋ ਇਹਨਾਂ ਸਾਰਿਆਂ ਦੀ ਰੂਹ ਦੀ ਸ਼ਾਂਤੀ ਵਾਸਤੇ ਆਪਾਂ ਅਰਦਾਸ ਵੀ ਕਰੀਏ ਔਰ ਅਸੀਂ ਜ਼ਿੰਦਗੀ ਨੂੰ ਉਸ ਕਿਸਮ ਦਾ ਬਣਾਉਣ ਦੀ ਕੋਸ਼ਿਸ਼ ਕਰੀਏ ਜਿਸ ਨੂੰ ਸਾਨੂੰ ਛੱਡ ਕੇ ਜਾਣ ਵਾਲੇ ਲੋਚਦੇ ਸੀ, ਜਾਂ ਜੇ ਉਹ ਜਿਉਂਦੇ ਹੁੰਦੇ ਜਿਸ ਕਿਸਮ ਦੀ ਜ਼ਿੰਦਗੀ ਉਸਾਰਨ ਵਾਸਤੇ, ਕੰਟਰੀਬਿਊਟ ਕਰਨ ਵਾਸਤੇ ਉਹ ਹਿੱਸਾ ਪਾਉਂਦੇ, ਉਸ ਕਿਸਮ ਦੀ ਜ਼ਿੰਦਗੀ ਉਸਾਰਨ ਦੀ ਕੋਸ਼ਿਸ਼ ਕਰੀਏ। ਤੇ ਗੁਰਭਜਨ ਗਿੱਲ ਜੀ, ਬੰਦੇ ਚਲੇ ਜਾਂਦੇ ਨੇ, ਯਾਦਾਂ ਰਹਿ ਜਾਂਦੀਆਂ ਨੇ, ਤੇ ਯਾਦਾਂ ਨੂੰ ਅਸੀਂ ਯਾਦ ਕਰਕੇ ਕਦੀ ਖੁਸ਼ ਹੁੰਦੇ ਹਾਂ, ਕਦੀ ਉਦਾਸ ਹੁੰਦੇ ਹਾਂ। ਤੇ ਸਾਡੇ ਇਸ ਪ੍ਰੋਗਰਾਮ ਜਿਹਦਾ ਨਾਮ ਵਕਤਨਾਮਾ ਵਿਦ ਗੁਰਭਜਨ ਸਿੰਘ ਗਿੱਲ ਹੈ, ਉਹਦੇ 'ਚ ਇੱਕ ਮਿੱਠੀ ਯਾਦ ਦਾ ਸਿਲਸਿਲਾ ਹੈ। ਤੇ ਅੱਜ ਦੇ ਇਸ ਸਿਲਸਿਲੇ 'ਚ ਤੁਸੀਂ ਕਿਹੜੀ ਮਿੱਠੀ ਯਾਦ ਨੂੰ ਸਾਡੇ ਨਾਲ ਸਾਂਝਾ ਕਰੋਗੇ? ਪਹਿਲੀ ਗੱਲ ਤੇ ਇਹ ਹੈ ਕਿ ਮੈਂ ਇਸ ਨੂੰ ਮਿੱਠੀ ਯਾਦ ਨਹੀਂ ਆਖਾਂਗਾ, ਮੈਂ ਇਹਨੂੰ ਖੱਟੀ ਮਿੱਠੀ ਯਾਦ ਆਖਾਂਗਾ, ਕਿਉਂਕਿ ਕਈ ਵਾਰੀ ਵਿਛੜਿਆਂ ਦੀ ਯਾਦ ਵੀ ਜਦੋਂ ਆਉਂਦੀ ਹੈ ਤਾਂ ਮਨ ਉਸ ਵੇਲੇ ਦਰਵਿਤ ਹੋ ਜਾਂਦਾ ਹੈ। ਇਸ ਕਰਕੇ ਖੱਟੀ ਮਿੱਠੀ ਯਾਦ ਜ਼ਿਆਦਾ ਠੀਕ ਰਹੇਗਾ। ਸੋ ਜਦੋਂ ਤੁਸੀਂ ਮੈਨੂੰ ਪੁੱਛ ਰਹੇ ਸੀ ਤਾਂ ਮੈਂ ਤੁਹਾਨੂੰ ਦੱਸ ਰਿਹਾ ਸੀ, ਪਹਿਲਾਂ ਵੀ ਗੱਲ ਕਰਦੇ ਹਾਂ ਜਦੋਂ ਆਪਾਂ ਜੇ ਰਿਕਾਰਡਿੰਗ ਨਹੀਂ ਸੀ ਸ਼ੁਰੂ ਕੀਤੀ, ਕਿ ਬੇਟੇ ਅਸੀਂ ਉਸ ਭਾਗੇ ਹਾਂ ਜਿਨ੍ਹਾਂ ਨੇ ਆਪਣੇ ਸਮਾਂ ਕਾਲ ਦੇ ਵਿੱਚ ਉਹਨਾਂ ਸੂਰਮਿਆਂ ਦੇ ਪਰਿਵਾਰਾਂ ਨੂੰ ਵੇਖਿਆ ਜਿਹੜੇ ਸੂਰਮਿਆਂ ਨੇ ਸ਼ਹਾਦਤਾਂ ਦੇ ਕੇ ਇਸ ਦੇਸ਼ ਦੀ ਆਜ਼ਾਦੀ ਦਾ ਸੂਰਜ ਚੜਾਇਆ, ਜਿਨ੍ਹਾਂ ਚੋਂ ਬਹੁਤ ਵੱਡਾ ਨਾਂ ਸ਼ਹੀਦਾਂ ਸਾਹਿਬ ਭਗਤ ਸਿੰਘ ਹੋਰਾਂ ਦਾ, ਔਰ ਸਾਹਿਬ ਭਗਤ ਸਿੰਘ ਦੇ ਪਰਿਵਾਰ ਦੇ ਲਗਭਗ ਸਾਰੇ ਜੀਆਂ ਨੂੰ, ਉਹਨਾਂ ਦੇ ਪਿਤਾ ਜੀ ਨੂੰ ਛੱਡ ਕੇ, ਮੈਂ ਸਾਰਿਆਂ ਦੇ ਦਰਸ਼ਨ ਅੱਖੀਂ ਕੀਤੇ ਨੇ। ਔਰ ਮੈਨੂੰ ਬੜਾ ਚੰਗਾ ਯਾਦ ਆ ਇਸ ਗੱਲ ਦਾ ਕਿ ਪਹਿਲੀ ਵਾਰ ਮੈਂ ਮਾਤਾ ਵਿਦਿਆਵਤੀ ਜੀ ਦੇ ਦਰਸ਼ਨ ਉਦੋਂ ਕੀਤੇ ਜਦੋਂ ਮੈਂ 10ਵੀਂ ਦੇ ਪਰਚੇ ਦੇ ਕੇ ਤੇ ਮੈਂ ਕਰਨਾਲ ਜਾਣ ਵਾਸਤੇ ਆਪਣੇ ਪਰਿਵਾਰ ਦੇ ਕੋਲ ਜਲੰਧਰ ਆਇਆ ਹੋਇਆ ਸਾਂ। ਤੇ ਮੇਰੇ ਵੱਡੇ ਭਾਈ ਸਾਹਿਬ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਉਦੋਂ ਜਲੰਧਰ ਹੁੰਦੇ ਸਨ। ਉਦੋਂ ਉਹ ਨਾਲ ਸੀ, ਨਾਲ ਸਰਦਾਰ ਬਰਜਿੰਦਰ ਸਿੰਘ ਹਮਦਰਦ ਜਿਹੜੇ ਅਜੀਤ ਦੇ ਇਸ ਵਕਤ ਮਾਲਕ ਨੇ, ਚੀਫ ਐਡੀਟਰ ਨੇ, ਉਹ ਸਨ ਉਹਨਾਂ ਦੇ ਮਿੱਤਰ। ਔਰ ਨਾਲ ਦੀ ਨਾਲ ਪ੍ਰੋਫੈਸਰ ਸਰ ਰਜਿੰਦਰ ਸਿੰਘ ਚੀਮਾ ਜਿਹੜੇ ਇਸ ਵੇਲੇ ਸੀਨੀਅਰ ਐਡਵੋਕੇਟ ਨੇ, ਬਹੁਤ ਵੱਡੇ ਵਕੀਲ ਨੇ ਦੇਸ਼ ਦੇ, ਔਰ ਪੰਜਾਬ ਹਰਿਆਣਾ ਹਾਈ ਕੋਰਟ ਸਰਵ ਕਰਦੇ ਨੇ, ਉਹ ਸਨ। ਔਰ ਪ੍ਰਿੰਸੀਪਲ ਪ੍ਰੋਫੈਸਰ ਜਗਮੋਹਨ ਸਿੰਘ ਹੋਰੀ ਸਨ ਜਿਹੜੇ ਸ਼ਹੀਦ ਭਗਤ ਸਿੰਘ ਦੇ ਭਾਣਜੇ ਸੀ। ਅਸੀਂ ਸਾਰੇ ਹੀ ਉਦੋਂ ਬੇਬੇ ਜੀ ਨੂੰ ਮਿਲਣ ਵਾਸਤੇ, ਮਾਤਾ ਵਿਦਿਆਵਤੀ ਜੀ ਨੂੰ ਮਿਲਣ ਵਾਸਤੇ ਆਪਣੇ ਜਲੰਧਰ ਦੇ ਵਿੱਚ ਸਿਵਲ ਹਸਪਤਾਲ ਜਿਹੜਾ ਉਹਦੇ ਦਾਖਲ ਸਨ ਉਹ, ਔਰ ਅਸੀਂ ਉਹਨਾਂ ਦੇ ਦਰਸ਼ਨ ਕਰਨ ਗਏ। ਔਰ ਸਾਡੀ ਖੁਸ਼ਕਿਸਮਤੀ ਇਹ ਵੀ ਕਿ ਬੇਬੇ ਜੀ ਦੇ ਕੋਲ ਉਸ ਵਕਤ ਉਹਨਾਂ ਦੀ ਬੇਟੀ ਵੱਡੀ ਬੀਬੀ ਅਮਰ ਕੌਰ, ਸ਼ਹੀਦ ਭਗਤ ਸਿੰਘ ਤੋਂ ਜਿਹੜੇ ਸਿਰਫ 3.5 ਸਾਲ ਨਿੱਕੇ ਸੀ, ਉਹ ਤੇ ਸ਼ਹੀਦ ਜਤਿੰਦਰ ਨਾਥ ਦਾਸ ਜਿਹੜੇ ਬੰਗਾਲੀ ਸੀ ਜਿਨ੍ਹਾਂ ਨੇ ਜੇਲ੍ਹ 'ਚ ਭੁੱਖ ਹੜਤਾਲ ਰੱਖੀ, 63 ਦਿਨ ਦਾ ਮਰਨ ਵਰਤ ਰੱਖਿਆ ਸੀ, ਉਹਨਾਂ ਦੇ ਛੋਟੇ ਬ੍ਰਦਰ ਕਿਰਨ ਦਾਦਾ ਉਹ ਵੀ ਆਏ ਹੋਏ ਸੀ ਉੱਥੇ। ਔਰ ਮੇਰੀ ਵੱਡੀ ਭੈਣ ਪ੍ਰਿੰਸੀਪਲ ਮਨਜੀਤ ਕੌਰ, ਉਹਨਾਂ ਦੀ ਬੇਟੀ ਜੋਏ, ਉਹਨਾਂ ਦਾ ਬੇਟਾ ਨਵਜੋਤ, ਅਸੀਂ ਸਾਰੇ ਉਹਨਾਂ ਨੂੰ ਮਿਲਣ ਵਾਸਤੇ ਜਦੋਂ ਗਏ ਉੱਥੇ ਤਾਂ ਬੇਬੇ ਜੀ ਉਸ ਵਕਤ ਅੰਗੂਰ ਖਾ ਰਹੇ ਸੀ ਤੇ ਉਹਨਾਂ ਸਾਰਿਆਂ ਨੂੰ ਇੱਕ ਇੱਕ ਦਾਣਾ, ਦੋ ਦਾਣੇ ਸਾਨੂੰ ਸਾਰਿਆਂ ਨੂੰ ਦੇ ਦਿੱਤਾ ਤੇ ਬੜਾ ਚੰਗਾ ਲੱਗਿਆ ਇੱਕ ਮਾਂ ਤੋਂ ਪ੍ਰਸ਼ਾਦ ਰੂਪ 'ਚ ਇਸ ਤਰ੍ਹਾਂ ਕੁਛ ਲੈਣਾ। ਉਸ ਤੋਂ ਬਾਅਦ ਵਿੱਚ ਜਦੋਂ ਮੈਂ ਲੁਧਿਆਣੇ 71 ਦੇ ਵਿੱਚ 71 ਦੇ ਵਿੱਚ ਪੜ੍ਹਨ ਵਾਸਤੇ ਆਇਆ ਤਾਂ ਉਦੋਂ ਮੇਰੇ ਵੱਡੇ ਭਾਈ ਸਾਹਿਬ ਤੇ ਪ੍ਰੋਫੈਸਰ ਜਗਮੋਹਨ ਸਿੰਘ ਦੋਵੇਂ ਇਕੱਠੇ ਇੱਕ ਕਮਰੇ 'ਚ ਰਹਿੰਦੇ ਹੁੰਦੇ ਸੀ। ਭਾਜੀ ਦਾ ਵਿਆਹ ਹੋ ਗਿਆ, ਉਹਨਾਂ ਦਾ ਵਿਆਹ ਹੋ ਗਿਆ ਤੇ ਫਿਰ ਅੱਡੋ ਅੱਡ ਰਹਿਣ ਲੱਗ ਗਏ। ਤੇ ਪਰ ਹੈ ਅੱਗੜ ਪਿੱਛੜ ਸੀ ਮਕਾਨ ਸਾਡੇ। ਤੇ ਜਦੋਂ ਵੀ ਕਦੇ ਬੇਬੇ ਜੀ ਆਪਣੇ ਦੋਹਤਰਵਾਨ ਕੋਲ ਆਉਂਦੇ, ਬੀਬੀ ਅਮਰ ਕੌਰ ਦੇ ਬੇਟੇ ਸੀ ਉਹ, ਤੇ ਜਦੋਂ ਬਿਮਾਰ ਹੁੰਦੇ ਤੇ ਇੱਥੇ ਲੁਧਿਆਣੇ ਆ ਜਾਂਦੇ। ਤੇ ਕਈ ਵਾਰ ਕੀ ਹੁੰਦਾ ਕਿ ਮੇਰੀ ਖੁਸ਼ਕਿਸਮਤੀ ਨੂੰ ਕਿਉਂਕਿ ਜਗਮੋਹਨ ਸਿੰਘ ਦੀ ਜਿਹੜੀ ਵਾਈਫ ਸੀ ਲੇਟ ਡਾਕਟਰ ਅਮਰਜੀਤ ਕੌਰ, ਉਹਨਾਂ ਨੂੰ ਡਿਊਟੀ ਜਾਣਾ ਪੈਂਦਾ ਸੀ ਤੇ ਬੱਚੇ ਨਿੱਕੇ ਸੀ, ਉਹ ਵੀ ਸਕੂਲ ਚਲੇ ਜਾਂਦੇ ਸੀ। ਕਈ ਵਾਰੀ ਮੇਰੀ ਡਿਊਟੀ ਲੱਗ ਜਾਂਦੀ ਕਿ ਤੂੰ ਬੇਬੇ ਜੀ ਕੋਲ ਬੈਠਣਾ ਤੇ ਮੈਂ ਉਹ ਬੇਬੇ ਜੀ ਨਿੱਕੀਆਂ ਨਿੱਕੀਆਂ ਗੱਲਾਂ ਪੁੱਛੀ ਜਾਇਆ ਕਰਨੀਆਂ, ਨਿੱਕੀਆਂ ਨਿੱਕੀਆਂ ਗੱਲਾਂ। ਮੈਂ ਬੇਬੇ ਜੀ ਤੁਸੀਂ ਦੱਸੋ ਜਦੋਂ ਸਾਹਿਬ ਭਗਤ ਸਿੰਘ ਨਿੱਕੇ ਹੁੰਦੇ ਸੀ ਉਹ ਕਿਹੋ ਜਿਹੀਆਂ ਗੱਲਾਂ ਕਰਦੇ ਹੁੰਦੇ ਸੀ, ਉਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਦੱਸਣੀਆਂ, ਕਈ ਸ਼ਰਾਰਤੀ ਗੱਲਾਂ ਵੀ ਦੱਸਣੀਆਂ। ਫਿਰ ਇਹ ਵੀ ਦੱਸਣਾ ਕਿ ਇਹ ਆਪਣੀ ਭੈਣ ਨੂੰ ਕਈ ਵਾਰੀ ਬੜਾ ਰਵਾਉਂਦਾ ਹੁੰਦਾ ਸੀ ਬੀਬੀ ਅਮਰ ਕੌਰ ਨੂੰ। ਬੀਬੀ ਜੀ ਨੇ ਵੀ ਇਹ ਗੱਲ ਕਨਫਰਮ ਕੀਤੀ, ਕਹਿੰਦੇ ਜਦੋਂ ਮੈਂ ਕਿਤੇ ਆਖਣਾ ਕਿ ਵੀਰਾ ਜੀ ਲਫ਼ਜ਼ ਵਰਤੇ ਸੀ ਦੁਆਬੇ ਵਾਲਿਆਂ ਨੂੰ, ਉੱਥੇ ਵੀ ਉਹਨਾਂ ਨੂੰ ਕਹਿੰਦੇ ਵੀਰਾ ਜੀ ਤੁਸੀਂ ਇੱਥੇ ਗਲਤ ਹੋ। ਮੈਂ ਕਿਹਾ ਨਹੀਂ ਮੈਂ ਠੀਕ ਹਾਂ। ਕਿ ਮੈਂ ਕਿਹਾ ਤੁਸੀਂ ਵੀਰਾ ਜੀ ਤੁਸੀਂ ਠੀਕ ਕਿਵੇਂ ਹੋ? ਮੈਂ ਤਾਂ ਠੀਕ ਹਾਂ ਕਿ ਮੈਂ ਵੱਡਾ ਨਾ, ਫਿਰ ਮੈਂ ਵੱਡਾ ਨਾ ਤਾਂ ਠੀਕ ਹਾਂ। ਫਿਰ ਮੈਨੂੰ ਉਹ ਵੀ ਇੰਸੀਡੈਂਟ ਯਾਦ ਆਉਂਦੀ ਹੈ ਕਿ ਜਦੋਂ ਬੇਬੇ ਜੀ ਮਤਲਬ ਇੱਥੋਂ ਜਾ ਕੇ ਤੇ ਬਹੁਤ ਹੋਰ ਗੰਭੀਰ ਹੋ ਗਏ ਤੇ ਇਹ ਵਿੱਚ ਇੱਕ ਇੰਸੀਡੈਂਟ ਵੀ ਯਾਦ ਆਉਂਦੀ ਹੈ। ਇੱਕ ਵਾਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਉਹਨਾਂ ਨੂੰ ਸਟੂਡੈਂਟਸ ਨੇ ਬੁਲਾ ਲਿਆ ਬੇਬੇ ਜੀ ਨੂੰ, ਤੇ ਮੈਂ ਉਦੋਂ ਖਾਲਸਾ ਕਾਲਜ ਪੜ੍ਹਦੇ ਲੁਧਿਆਣੇ ਤੇ ਅਸੀਂ ਵੀ ਪਾਲ ਆਡੀਟੋਰੀਅਮ 'ਚ ਗਏ ਵੇਖਣ ਵਾਸਤੇ। ਉਦੋਂ ਹਾਕੀ ਓਲੰਪੀਅਨ ਪ੍ਰਿੰਸੀਪਾਲ ਸਿੰਘ ਹੋਰੀ ਡਾਇਰੈਕਟਰ ਸਪੋਰਟਸ ਹੁੰਦੇ ਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ, ਉਹਨਾਂ ਨੇ ਫੰਕਸ਼ਨ ਪ੍ਰਜ਼ਾਈਡ ਕੀਤਾ ਸੀ। ਉੱਥੇ ਮੰਗ ਕੀਤੀ ਵਿਦਿਆਰਥੀਆਂ ਨੇ ਕਿ ਪੰਜਾਬ ਸਰਕਾਰ ਨੂੰ ਮਾਤਾ ਜੀ ਦੀ ਅਜ਼ਮਤ ਨੂੰ ਪਛਾਣਦਿਆਂ ਇਹਨਾਂ ਨੂੰ ਬੱਸਾਂ 'ਚ ਨਹੀਂ ਰੁਲਣ ਦੇਣਾ ਚਾਹੀਦਾ, ਇਹਨਾਂ ਨੂੰ
ਮਿਨੀਮਮ ਕੋਈ ਨਾ ਕੋਈ ਕਾਰ ਭੇਂਟ ਕਰਨੀ ਚਾਹੀਦੀ ਤਾਂ ਕਿ ਇਹਨਾਂ ਦੀ ਮੂਵਮੈਂਟ ਸੌਖੀ ਹੋ ਜਾਵੇ। ਵੇਖੋ ਮਤਲਬ ਭਲਿਆਂ ਤੇ ਭੋਲਿਆਂ ਵੇਲੇ ਦੀਆਂ ਗੱਲਾਂ ਨੇ ਕਿ ਮਤਲਬ ਇਹ ਵੀ ਇੱਕ ਮੰਗ ਸੀ ਕਿ ਬੇਬੇ ਜੀ ਨੂੰ ਕਾਰ ਦੇ ਦਿੱਤੀ ਜਾਵੇ, ਜਦ ਕਿ ਇੱਥੇ ਹੁਣ ਮਤਲਬ ਕਾਰਾਂ ਐ ਰੁਲਦੀਆਂ ਫਿਰਦੀਆਂ ਨੇ ਜਿਵੇਂ ਮਤਲਬ ਕੋਈ ਸ਼ੈ ਹੀ ਕੋਈ ਨਹੀਂ ਹੁੰਦੀ। ਖੈਰ ਗਿਆਨੀ ਜ਼ੈਲ ਸਿੰਘ ਦੀ ਹਕੂਮਤ ਸੀ, ਹਾਂ ਗਿਆਨੀ ਜ਼ੈਲ ਸਿੰਘ ਦੀ ਹਕੂਮਤ ਸੀ, ਉਹਨਾਂ ਨੇ ਕਾਰ ਵੀ ਭੇਂਟ ਕਰਤੀ ਔਰ ਉਹਨਾਂ ਵਕਤਾਂ 'ਚ 1000 ਰੁਪਇਆ ਪ੍ਰਤੀ ਮਹੀਨਾ ਪੈਨਸ਼ਨ ਵੀ ਲਾ ਦਿੱਤੀ। ਇਹ ਜਿਹੜੇ ਤਾਮਰਪੱਤਰ ਛਿੱਤਰ ਸ਼ੁਰੂ ਹੋਏ ਨੇ ਬਾਅਦ ਸ਼ੁਰੂ ਹੋਏ ਨੇ, ਪਹਿਲਾਂ ਨਹੀਂ ਸੀ ਹੁੰਦੇ, ਇਹ ਇੰਦਰਾ ਗਾਂਧੀ ਨੇ ਸ਼ੁਰੂ ਕੀਤੇ ਸੀ। ਤੇ ਇਸ ਗੱਲ ਨੂੰ ਬੜਾ ਪ੍ਰਚਾਰਿਆ ਗਿਆ ਸਰਕਾਰ ਵੱਲੋਂ ਕਿ ਪੰਜਾਬ ਮਾਤਾ ਦਾ ਖਿਤਾਬ ਦੇ ਦਿੱਤਾ, ਪੰਜਾਬ ਮਾਤਾ ਦਾ ਖਿਤਾਬ ਦੇ ਦਿੱਤਾ। ਅੱਛਾ, ਫੇਰ ਸਾਡੇ ਕਵੀ ਜਿਹੜੇ ਨੇ ਦੋਹੀਂ ਪਾਸੇ ਚੱਲਦੇ ਨੇ, ਕਈਆਂ ਨੇ ਕਵਿਤਾਵਾਂ ਲਿਖਤੀਆਂ ਭਗਤ ਸਿੰਘ ਦੀ ਮਾਂ ਬਿਸ਼ੱਕ ਬਣਿਆ ਪਰ ਬਣੇ ਨੂੰ ਕਦੇ ਪੰਜਾਬ ਮਾਤਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜੇ ਤੇ ਕਦਰਦਾਨੀ ਕਰਦੀ ਹਕੂਮਤ ਤਦ ਵੀ ਮਾੜੀ, ਜੇ ਨਹੀਂ ਕਰਦੀ ਤਦ ਵੀ ਮਾੜੀ। ਸੋ ਕੁੱਲ ਮਿਲਾ ਕੇ ਅਸੀਂ ਉਸ ਦੀ ਇੱਜ਼ਤ ਵੀ ਹੁੰਦੀ ਵੇਖੀ, ਉਹਨਾਂ ਦੇ ਖਿਲਾਫ ਕਵਿਤਾਵਾਂ ਵੀ ਸੁਣੀਆਂ ਆਪਣੇ ਕੰਨਾਂ ਨਾਲ, ਪਰ ਕੁੱਲ ਮਿਲਾ ਕੇ ਬੇਬੇ ਇੱਕ ਮਾਂ ਸੀ। ਮੈਂ ਇੱਕ ਵਾਰੀ ਪੁੱਛ ਬੈਠਾ, ਮੈਂ ਬੇਬੇ ਜੀ ਕਹਿੰਦੇ ਨੇ ਤੁਸੀਂ ਭਗਤ ਸਿੰਘ ਦੇ ਅਸਲੀ ਮਾਂ ਨਹੀਂ ਹੈਗੇ। ਹੱਸ ਪਏ ਕਹਿੰਦੇ ਤੈਨੂੰ ਕਿਹਨੇ ਕਿਹਾ? ਮੈਂ ਕਿਹਾ ਮੈਂ ਪੰਡਿਤ ਕਿਸ਼ੋਰੀ ਲਾਲ ਦਾ ਇੱਕ ਇੰਟਰਵਿਊ ਪੜ੍ਹਿਆ। ਕਹਿੰਦੀ ਪੰਡਿਤ ਕਿਸ਼ੋਰੀ ਲਾਲ ਨੂੰ ਜਦੋਂ ਮੈਂ ਪਰੌਂਠੇ ਪਕਾ ਖਵਾਉਂਦੀ ਸੀ ਉਦੋਂ ਮੈਂ ਮਾਂ ਹੈ ਸੀ, ਤੇ ਜਦੋਂ ਹੁਣ ਮਤਲਬ ਮੈਂ ਪਰੌਂਠੇ ਪਕਾਉਣ ਜੋਗੀ ਨਹੀਂ ਰਹੀ ਤੇ ਹੁਣ ਮਾਂ ਕੋਈ ਹੋਰ ਹੋ ਗਈ। ਕਹਿੰਦੀ ਪੁੱਤ ਪਰ ਸੱਚਾ ਉਹ ਵੀ ਹੈ। ਮੈਂ ਕਿਹਾ ਬੇਬੇ ਉਹ ਕਿਵੇਂ? ਕਹਿੰਦੇ ਉਹ ਤਾਂ ਸੱਚਾ ਵੀ ਜਿਹੜੀ ਉਹਦੀ ਮਾਂ ਦੀ ਜਿਹੜੀ ਮਾਂ ਦੀ ਸਿਆਸੀ ਜ਼ਿੰਮੇਵਾਰੀ ਨਿਭਾਈ ਉਹਦੀ ਚਾਚੀ ਨੇ ਨਿਭਾਈ, ਹਰਨਾਮ ਕੌਰ ਨੇ। ਇਸ ਕਰਕੇ ਇਹ ਗੱਲ ਮੈਂ ਵੀ ਕਹਿ ਸਕਦੀ ਹਾਂ ਕਿ ਉਹਦੀ ਅਸਲੀ ਮਾਂ ਤਾਂ ਉਹ ਸੀ, ਪਰ ਜੇ ਪੁੱਤ ਜੰਮਿਆ ਤਾਂ ਮੈਂ ਸੀ। ਪੀੜਾਂ ਦੇ ਮੈਂ ਝੱਲੀਆਂ, 9 ਮਹੀਨੇ ਦੇ ਪੇਟ 'ਚ ਉਹਨੂੰ ਮੈਂ ਰੱਖਿਆ, ਤੇ ਮੈਂ ਹੁਣ ਕਿੱਦਾਂ ਸਬੂਤ ਦਿਆਂ ਕਿ ਉਹ ਭਗਤ ਸਿੰਘ ਮੇਰਾ ਪੁੱਤਰ ਨਹੀਂ ਸੀ। ਇਸ ਕਰਕੇ ਇਹ ਗੱਲਾਂ ਸਾਰੀਆਂ ਜਿਹੜੀਆਂ ਨੇ ਬੇਬੇ ਜੀ ਦੇ ਮੂੰਹੋਂ ਸੁਣਨਾ ਸੱਚ ਜਾਣੇ ਬੇਟੇ ਇੰਨੀਆਂ ਕੁ ਰੋਮਾਂਚਕ ਹੁੰਦੀਆਂ ਸੀ। ਫਿਰ ਕਈ ਵਾਰ ਉਹਨਾਂ ਦੇ ਬੇਟੇ ਦੂਸਰੇ ਸਰਦਾਰ ਕੁਲਬੀਰ ਸਿੰਘ ਨੇ ਆਉਣਾ ਫਰੀਦਾਬਾਦ ਤੋਂ, ਸਰਦਾਰ ਕੁਲਤਾਰ ਸਿੰਘ ਹੋਰਾਂ ਨੇ ਆਉਣਾ, ਆਪਣੇ ਸਰਦਾਰ ਰਜਿੰਦਰ ਸਿੰਘ, ਸਰਦਾਰ ਰਣਵੀਰ ਸਿੰਘ, ਉਹਨਾਂ ਸਾਰਿਆਂ ਨੂੰ ਇਸ ਹੱਕ ਮਿਲਣਾ ਕਿ ਭਾਈ ਜਗਮੋਹਨ ਦੇ ਮਾਮਾ ਜੀ ਨੇ ਉਹ। ਫਿਰ ਕਦੇ ਉਹਨਾਂ ਦੀਆਂ ਗਾਂ ਮਤਲਬ ਬੀਬੀ ਅਮਰ ਕੌਰ ਦੀਆਂ ਧੀਆਂ ਚੋਂ ਇੱਕ ਦੁਰਾਹੇ ਮੈਰਿਡ ਸਨ ਭੈਣ ਜੀ, ਇੱਕ ਮਰਗਿੰਦਪੁਰੇ ਮੈਰਿਡ ਸੀ, ਸੱਜਣ ਸਿੰਘ ਮਰਗਿੰਦਪੁਰੇ ਦੀ ਨੂੰਹ ਸਨ ਬੀਬੀ ਜੋਗਿੰਦਰ ਕੌਰ। ਕਦੇ ਉਹਨਾਂ ਦੇ ਇੰਗਲੈਂਡ ਵਾਲੇ ਵੱਡੇ ਬੇਟੇ ਨੇ ਆ ਜਾਣਾ, ਸ਼ਹੀਦ ਭਗਤ ਸਿੰਘ ਦੇ ਵੱਡੇ ਭਾਣਜੇ ਸਰ ਜੋਗਿੰਦਰ ਸਿੰਘ ਨੇ। ਫਿਰ ਕਦੇ ਛੋਟੇ ਨੇ ਮਨਜੀਤ ਨੇ ਆ ਜਾਣਾ। ਮਨਜੀਤ ਤੇ ਮੈਂ ਤਾਂ ਹਾਣੀ ਸਾਇੰਸ ਕਰਕੇ ਸਾਨੂੰ ਬਹੁਤ ਯਾਦਾਂ ਇਹੋ ਜਿਹੀਆਂ ਨੇ ਜਿਹੜੀਆਂ ਮਤਲਬ ਬੀਬੀ ਤੇ ਬੇਬੇ ਦੀਆਂ। ਬੀਬੀ ਜੀ ਅਸੀਂ ਕਹਿੰਦੇ ਹੁੰਦੇ ਸੀ ਬੀਬੀ ਅਮਰ ਕੌਰ ਹੋਰਾਂ ਨੂੰ, ਤੇ ਬੇਬੇ ਜੀ ਅਸੀਂ ਕਹਿੰਦੇ ਸੀ ਸ਼ਹੀਦ ਭਗਤ ਸਿੰਘ ਦੇ ਮਦਰ ਨੂੰ। ਸੋ ਉਹ ਇੱਕ ਬੜੀ ਸੁਰੰਗਲਾ ਕਿਸਮ ਦਾ ਇੱਕ ਬੜਾ ਐਕਸਪੀਰੀਅੰਸ ਹੈ ਜਿਹੜਾ। ਫਿਰ ਉਸ ਦਿਨ ਜਿਸ ਦਿਨ ਪਤਾ ਲੱਗਿਆ, ਮੈਂ ਪਿੰਡ ਸਾਂ ਆਪਣੇ ਬਸੰਤਕੋਟ ਗਿਆ ਹੋਇਆ, ਤੇ ਪਤਾ ਲੱਗਿਆ ਕਿ ਬੇਬੇ ਜੀ ਚੜ੍ਹਾਈ ਕਰ ਗਏ ਨੇ, ਤੇ ਉਹਨਾਂ ਦੀ ਇੱਛਾ ਸੀ ਕਿ ਮੇਰਾ ਅੰਤਮ ਸੰਸਕਾਰ ਜਿਹੜਾ ਹੈਗਾ ਮੇਰੇ ਪੁੱਤਰਾਂ ਦੇ ਨਾਲ ਕੀਤਾ ਜਾਣਾ ਚਾਹੀਦਾ, ਹੁਸੈਨੀ ਵਾਲੇ। ਫਿਰ ਪੀਜੀਆਈ ਤੋਂ ਉਹਨਾਂ ਦੀ ਜਿਹੜੀ ਸੀ ਉਹ ਬਾਈ ਰੋਡ, ਔਰ ਮੈਂ ਤਾਂ ਖੈਰ ਬਟਾਲੇ ਤੋਂ ਸਿੱਧਾ ਪਹੁੰਚਿਆ ਸੀ ਵਾਇਆ ਅੰਮ੍ਰਿਤਸਰ ਫਿਰੋਜ਼ਪੁਰ। ਮੈਂ ਤੇ ਦੱਸ ਨਹੀਂ ਸਕਾਂਗਾ, ਪਰ ਕਹਿੰਦੇ ਨੇ ਕਿ ਚੰਡੀਗੜ੍ਹ ਤੋਂ ਲੈ ਕੇ ਫਿਰੋਜ਼ਪੁਰ ਤੱਕ ਦੋਹੀਂ ਪਾਸੇ ਲੋਕਾਂ ਦੀਆਂ ਡੈਡ ਬਾਡੀ ਨੂੰ ਅਲਵਿਦਾ ਕਹਿਣ ਵਾਲਿਆਂ ਦੀਆਂ ਕਤਾਰਾਂ ਖੜੀਆਂ ਸਨ ਉਸ ਵਕਤ। ਪਰ ਜਿਸ ਦਿਨ ਫਿਰੋਜ਼ਪੁਰ ਅਸੀਂ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ, ਮੈਨੂੰ ਯਾਦ ਹੈ ਕਿ ਉੱਥੇ ਵੀ ਘੱਟੋ ਘੱਟ ਜ਼ਿਆਦਾ ਨਹੀਂ ਤਾਂ 60-70 ਹਜ਼ਾਰ ਬੰਦਾ ਹੋਏਗਾ, 60-70 ਹਜ਼ਾਰ ਬੰਦਾ। ਔਰ ਮੈਨੂੰ ਯਾਦ ਹੈ ਮੇਰੇ ਨਾਲ ਹੀ ਸਨ, ਮੈਂ ਤਾਂ ਖੈਰ ਬੱਚਾ ਸਾਂ, ਜੇ ਬਹੁਤੀ ਸਿਆਣੀ ਉਮਰ ਨਹੀਂ ਸੀ। ਸਰਵੈਂਟਸ ਆਫ ਪੀਪਲ ਸੁਸਾਇਟੀ ਦੇ ਸੈਕਟਰੀ ਹੁੰਦੇ ਸੀ ਸੱਤੇਪਾਲ, ਜਿਹੜੇ ਢੁੱਡੀਕੇ ਕਾਲਜ ਦੇ ਵੀ ਸੈਕਟਰੀ ਰਹੇ ਬਹੁਤ ਲੰਮਾ ਸਮਾਂ, ਉਹ ਵੀ ਮੇਰੇ ਨਾਲ ਸਨ। ਹੋਰ ਲੋਕ ਬੜੇ ਸੀ, ਬੇਇੰਤਹਾ ਦੁਨੀਆ ਸੀ ਉੱਥੇ, ਪਤਾ ਨਹੀਂ ਕੌਣ ਕੌਣ ਸੀ। ਕੁਰਸੀਆਂ ਪਾਸੇ ਰੱਖ ਕੇ ਹੋਏ ਅਧਿਕਾਰੀ ਕਿਸਮ ਦੇ, ਸਿਆਸਤਦਾਨ ਕਿਸਮ ਦੇ, ਵੱਖ-ਵੱਖ ਕਿਸਮਾਂ ਦੇ ਲੋਕਾਂ ਨੇ ਟ੍ਰਿਬਿਊਟ ਜੋ ਦਿੱਤੀ, ਔਰ ਹੁਸੈਨੀ ਵਾਲੇ 'ਚ ਉਹਨਾਂ ਦਾ ਜਾ ਕੇ ਉੱਥੇ ਅੰਤਮ ਸੰਸਕਾਰ ਕੀਤਾ ਗਿਆ। ਇਹ ਯਾਦ ਮੈਨੂੰ ਅਜੇ ਵੀ ਕਈ ਵਾਰੀ ਆ ਜਾਂਦੀ ਹੈ ਤੇ ਰੋਮਾਂਚਕ ਕਰ ਜਾਂਦੀ ਹੈ, ਕਿਉਂਕਿ ਉਸ ਮਾਂ ਨੂੰ ਮਿਲਣਾ, ਉਹਨਾਂ ਗੱਲਾਂ ਕਰਨੀਆਂ, ਉਹਦੇ ਲੱਤਾਂ ਪੈਰਾਂ ਨੂੰ ਘੁੱਟਣਾ ਪੁੱਤਰ, ਹਾਂ ਲੱਤਾਂ ਪੈਰਾਂ ਨੂੰ ਘੁੱਟਣਾ, ਇਹ ਆਪਣੇ ਆਪ ਦੇ ਵਿੱਚ ਹੀ ਇੱਕ ਜੈਸਚਰ ਆਫ ਕੰਟੈਂਟਮੈਂਟ ਹੈ, ਤਸੱਲੀ ਦਾ ਬਾਇਸ ਹੈ ਮੇਰੇ ਵਾਸਤੇ ਕਿ ਮੈਂ ਉਸ ਮਾਂ ਦੇ ਚਰਨਾਂ ਨੂੰ ਇੱਕ ਵਾਰ ਨਹੀਂ ਘੱਟੋ ਘੱਟ 35-40 ਵਾਰ ਤਾਂ ਘੁੱਟਿਆ ਹੋਏਗਾ। ਉਹਨਾਂ ਚਰਨਾਂ ਦੀ ਛੋਹ ਹਾਸਲ ਕਰਨਾ ਮੈਨੂੰ ਲੱਗਦਾ ਕਿ ਮੇਰੇ ਵਾਸਤੇ ਅਚੀਵਮੈਂਟ ਸੀ, ਪ੍ਰਾਪਤੀ ਸੀ। ਔਰ ਉਹਨਾਂ ਲੋਕਾਂ ਨੂੰ ਵੇਖਣਾ, ਉਹਨਾਂ ਦੇ ਨੇੜੇ ਬਹਿਣਾ, ਉਹਨਾਂ ਨੂੰ ਮੰਨਣਾ, ਉਹ ਛੋਟੀ ਗੱਲ ਨਹੀਂ ਹੈ, ਬਹੁਤ ਵੱਡੀ ਗੱਲ ਜੀ। ਤੇ ਗੁਰਭਜਨ ਜੀ, ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅੱਜ ਤੁਹਾਡੇ ਜ਼ਰੀਏ ਸਾਨੂੰ ਸਾਰੀਆਂ ਚੀਜ਼ਾਂ ਜਾਣਨ ਦਾ ਮੌਕਾ ਮਿਲਿਆ ਜੋ ਤੁਸੀਂ ਮਹਾਨ ਸ਼ਖਸੀਅਤਾਂ ਦੇ ਨਾਲ ਬਿਤਾਈਆਂ।
ਤੇ ਉਹ ਵੀ ਸ਼ਹੀਦ ਆਜ਼ਮ ਭਗਤ ਸਿੰਘ ਦੀ ਮਾਂ ਦੇ ਨੇੜਿਓਂ ਬਿਲਕੁਲ ਉਹਨਾਂ ਨੂੰ ਕੋਲ ਬਹਿ ਕੇ ਵਾਚਿਆ। ਤੇ ਇੱਥੇ ਬਸ ਥੋੜੇ ਜਿਹੇ ਸ਼ਬਦਾਂ 'ਚ ਤੁਹਾਡੇ ਕੋਲ ਜਵਾਬ ਚਾਹਾਂਗੀ, ਪੰਜਾਬ ਦੀ ਮਾਤਾ ਦਾ ਦਰਜਾ ਉਹਨਾਂ ਨੂੰ ਤਾਂ ਦੇ ਦਿੱਤਾ, ਪਰ ਜਿਹੜੇ ਸ਼ਹੀਦ ਹੋਏ ਦੇਸ਼ ਲਈ ਉਹਨਾਂ ਨੂੰ ਸ਼ਹੀਦ ਆਜ਼ਮ ਦਾ ਦਰਜਾ ਹਾਲੇ ਤੱਕ ਕਿਉਂ ਨਹੀਂ ਮਿਲਿਆ? ਮੇਰਾ ਖਿਆਲ ਹੈ ਪ੍ਰਵਿੰਦਰ, ਇਹ ਸਵਾਲ ਤੁਹਾਡਾ ਠੀਕ ਨਹੀਂ ਹੈ। ਅੱਛਾ ਜੀ। ਸ਼ਹੀਦ ਭਗਤ ਸਿੰਘ ਦੇ ਨਾਂ ਦੇ ਉੱਤੇ ਕਿਹੜੀ ਇੰਸਟੀਟਿਊਸ਼ਨ ਨਹੀਂ ਹੈ? ਸ਼ਹੀਦ ਭਗਤ ਸਿੰਘ ਦੇ ਨਾਂ ਦੇ ਉੱਤੇ ਕਿਹੜੀ ਵੱਡੀ ਸੈਲੀਬ੍ਰੇਸ਼ਨ ਨਹੀਂ ਹੈ ਜੀ। ਤੇ ਜਿਨ੍ਹਾਂ ਤੋਂ ਅਸੀਂ ਆਸ ਕਰਦੇ ਹਾਂ ਕਿ ਉਹ ਡਿਕਲੇਅਰ ਕਰਨ, ਉਹਨਾਂ ਦਾ ਆਪਣਾ ਕਿਰਦਾਰ ਕੀ ਹੈ? ਜੀ। ਪੰਜਾਬ ਦੇ ਨਹੀਂ, ਪੂਰੇ ਦੁਨੀਆ ਭਰ ਦੇ ਇਨਕਲਾਬੀਆਂ ਦੇ ਜੇਕਰ ਤੁਸੀਂ ਸੀਨੇ ਫੋਲ ਕੇ ਵੇਖੋਗੇ ਤਾਂ ਉਹਨਾਂ ਚੋਂ ਭਗਤ ਸਿੰਘ ਤੁਹਾਨੂੰ ਹਾਜ਼ਰ ਨਾਜ਼ਰ ਦਿਸੇਗਾ। ਜੀ। ਮੈਨੂੰ ਲੱਗਦਾ ਕਿ ਜਿਹੜੇ ਅਸੀਂ ਮੰਗ ਕਰਦੇ ਨਾ ਕਈ ਵਾਰੀ, ਅਸੀਂ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਿਓ ਜੀ, ਸਰਾਭੇ ਨੂੰ ਸ਼ਹੀਦ ਊਧਮ ਸਿੰਘ ਨੂੰ ਸ਼ਹੀਦ ਦਾ ਦਰਜਾ ਦਿਓ ਜੀ, ਅਸੀਂ ਉਹਨਾਂ ਸ਼ਹੀਦਾਂ ਦੀ ਤੋਹੀਨ ਕਰਦੇ ਹਾਂ ਜੀ। ਉਹ ਇਹਨਾਂ ਬਾਬੂਆਂ ਦੇ ਗੁਲਾਮ ਨਹੀਂ ਹੈਗੇ। ਜੀ ਜੀ ਬਿਲਕੁਲ। ਇਹਨਾਂ ਦੀਆਂ ਫਾਈਲਾਂ ਵਿੱਚ ਸ਼ਹੀਦ ਹੈ ਕਿ ਨਹੀਂ ਹੈ? ਇਹ ਤਾਂ ਮੁਲਕ, ਮਾਫ ਕਰਨਾ, ਇਸ ਹੱਦ ਤੱਕ ਆਲਸ ਦਾ ਮਾਰਿਆ ਹੋਇਆ ਕਿ ਕਿਸੇ ਕਲਰਕ ਨੇ ਟਾਈਪ ਕਰ ਦਿੱਤਾ ਗਦਰ ਲਹਿਰ ਨੂੰ CHADHAR, ਚਦਰ ਪਾਰਟੀ। ਜੀ। ਗਦਰ ਪਾਰਟੀ ਨੂੰ ਟਾਈਪ ਕਰ ਦਿੱਤਾ, ਜੀ ਦੀ ਥਾਂ ਦੇ ਉੱਤੇ ਸੀ ਤੇ ਸਟ੍ਰੋਕ ਵੱਜ ਗਿਆ ਤੇ ਉਹ ਚਦਰ ਪਾਰਟੀ ਹੋ ਗਈ। ਉਹ ਰਿਕਾਰਡ ਚੋਂ ਪ੍ਰੋਫੈਸਰ ਮਨਿੰਦਰਜੀਤ ਸਿੰਘ ਹੋਰਾਂ ਨੇ ਕੋਰਟ ਰਾਹੀਂ ਠੀਕ ਕਰਵਾਇਆ ਜੀ। ਸੋ ਸਾਡੀ ਹਾਲਤ ਇਹ ਆ ਵੀ साकी की इनायत उन पे है, पीने का सलीका जिनको नहीं। बहुत खूब। साडी ते भी ट्रेजेडी है। तू कहेंगे पुत्र किधर ਨੂੰ ਗੱਲ ਹੈ ਤੁਰਿਆ ਕਿ ਸ਼ਹੀਦ ਭਗਤ ਸਿੰਘ ਦੇ ਨਾਂ ਦੇ ਉੱਤੇ ਕਈ ਸਾਲ ਲਗਾਤਾਰ ਸ਼ਹੀਦੀ ਦਿਹਾੜਾ ਸ਼ਹੀਦ ਭਗਤ ਸਿੰਘ ਨਾਂ ਦੀ ਛੁੱਟੀ ਹੁੰਦੀ ਰਹੀ ਹੈ ਤੇ ਜਿਹੜੇ ਉਸੇ ਤਖਤੇ ਤੇ ਫਾਂਸੀ ਦੇ ਜਿਹੜੇ ਤੁਹਾਡੇ ਰੱਬ ਭਲਾ ਕਰੇ ਰਾਜਗੁਰੂ ਸੁਖਦੇਵ, ਉਹ ਨੋਟੀਫਿਕੇਸ਼ਨ 'ਚ ਵੀ ਨਾਂ ਨਹੀਂ ਸੀ ਆਉਂਦਾ ਉਹਨਾਂ ਦਾ। ਇਹ ਤਾਂ 10 ਸਾਲ ਤੋਂ ਸ਼ੁਰੂ ਹੋਇਆ ਹੁਣ ਜੀ। ਪਹਿਲਾਂ ਕੱਲੀ ਛੁੱਟੀ ਤੁਸੀਂ ਪੁਰਾਣੀਆਂ ਡਾਇਰੀਆਂ ਫੋਲ ਲਓ, ਉਹ ਨੋਟੀਫਾਈ ਸਿਰਫ ਤੇ ਸਿਰਫ ਉਹ ਭਗਤ ਸਿੰਘ ਨਾਲ ਹੋਈਆਂ। ਇਸੇ ਤਰ੍ਹਾਂ ਨਾਲ ਹੀ ਇਸ ਸਾਲ ਤੱਕ ਜਿਹੜਾ ਸਾਲ ਬੀਤਿਆ, ਨਵੰਬਰ ਫੇਰ ਆਉਣ ਵਾਲਾ, ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਦਾ ਦਿਹਾੜਾ ਜਿਹੜਾ ਹੈਗਾ ਉਹਦੀ ਨੋਟੀਫਿਕੇਸ਼ਨ ਤਾਂ ਹੁੰਦੀ ਹੈ ਜੀ, ਪਰ ਉਸ 16 ਨਵੰਬਰ ਨੂੰ 7 ਸੂਰਮੇ ਫਾਂਸੀ ਲੱਗੇ ਸੀ ਇੱਕੋ ਹੀ ਕੇਸ ਦੇ ਵਿੱਚ, ਫਸਟ ਲਾਹੌਰ ਕਾਂਸਪੀਰੇਸੀ ਕੇਸ ਦੇ ਵਿੱਚ, ਪਹਿਲੇ ਲਾਹੌਰ ਸਾਜ਼ਿਸ਼ ਕੇਸ ਦੇ ਵਿੱਚ ਜੀ। ਉਹ 7 ਸੂਰਮੇ ਵੀ ਨੋਨ ਹੈ। ਉਹਨਾਂ ਚੋਂ 3 ਬੰਦੇ ਇੱਕੋ ਪਿੰਡ ਦੇ ਸੀ, ਗਿੱਲਵਾਲੀ ਦੇ ਡਿਸਟ੍ਰਿਕਟ ਅੰਮ੍ਰਿਤਸਰ ਦੇ। ਇੱਕ ਜਗਤ ਸਿੰਘ, ਭਾਈ ਜਗਤ ਸਿੰਘ ਸਨ ਸੁਰ ਸਿੰਘ ਤੋਂ, ਇੱਕ ਭਾਈ ਹਰਨਾਮ ਸਿੰਘ ਸਿਆਲਕੋਟੀ ਸੀ ਜੀ। ਜਿਹੜੇ ਗਿੱਲਵਾਲੀ ਵਾਲੇ 3 ਸੀ, ਉਹਨਾਂ ਚੋਂ ਦੋ ਦਾ ਨਾਂ ਹੀ ਸੁਰੈਣ ਸਿੰਘ ਸੀ। ਸੁਰੈਣ ਸਿੰਘ ਛੋਟਾ, ਸੁਰੈਣ ਸਿੰਘ ਵੱਡਾ ਤੇ ਭਾਈ ਬਖਸ਼ੀਸ਼ ਸਿੰਘ ਤੇ ਇੱਕ ਸੀ ਵਿਸ਼ਨੂੰ ਗਣੇਸ਼ ਪਿੰਗਲੇ ਜੀ ਮਰਾਠਾ। ਇਹ 7 ਬੰਦੇ ਤੇ ਇਕੱਠੇ ਫਾਂਸੀ ਲੱਗਦੇ ਨੇ ਸਰਾਭੇ ਦੇ ਨਾਲ 6 ਹੋਰ। ਤੇ ਅਸੀਂ ਉਹਨਾਂ ਦੇ ਨਾਂ ਦੀ ਛੁੱਟੀ ਨੋਟੀਫਾਈ ਕਰਨ ਲੱਗੇ, ਸਾਡੇ ਹੱਥ ਦੁਖਦੇ ਨੇ ਜੇ ਵਿੱਚ ਬਾਕੀ ਸ਼ਹਿਰਾਂ ਦੇ ਨਾਮ ਵੀ ਲਿਖ ਦਿਆਂਗੇ ਤਾਂ ਜੀ। ਸਾਡੇ ਕੋਲ ਕਾਮਨ ਉਹਨਾਂ ਦਾ ਕੋਈ ਕੈਲੰਡਰ ਨਹੀਂ ਹੈ ਕਿ 7 ਦੀ ਤਸਵੀਰ ਵਾਲਾ ਕੈਲੰਡਰ ਬਣੇ ਕੋਈ। ਉਹ ਕੱਲਾ ਟ੍ਰਿਬਿਊਨ ਦੇ ਵਿੱਚ ਹਰ ਸਾਲ ਫੋਟੋ ਛਪ ਜਾਂਦੀ ਹੈ 7 ਦੀ। ਕਿਸੇ ਨੇ ਪੜ੍ਹ ਲਈ, ਜਿਹੜਾ ਪੜ੍ਹ ਲਿਆ ਉਹਦਾ ਵੀ ਭਲਾ, ਜਿਹੜਾ ਨਾ ਪੜ੍ਹ ਲਿਆ ਉਹਦਾ ਵੀ ਭਲਾ। ਸੋ ਕੁੱਲ ਮਿਲਾ ਕੇ ਜਿਹੜੀ ਗਫਲਤ ਤੇ ਜਿਹੜੀ ਇਸ ਕਿਸਮ ਦੀ ਗੈਰ ਜ਼ਿੰਮੇਵਾਰ ਵਿਹਾਰ ਹੈ ਸਾਡਾ, ਇਹ ਪੈਰ ਪੈਰ ਤੇ ਖਿਲ ਰਿਹਾ। ਇਸ ਕਰਕੇ ਸਰਦਾਰ ਭਗਤ ਸਿੰਘ ਨੂੰ, ਊਧਮ ਸਿੰਘ ਨੂੰ, ਸਰਾਭੇ ਨੂੰ, ਰਹਿਮਤ ਅਲੀ ਵਜੀਦਕੇ ਨੂੰ, ਵਿਸ਼ਨੂੰ ਗਣੇਸ਼ ਪਿੰਗਲੇ ਨੂੰ, ਸ਼ਹੀਦ ਕਾਂਸ਼ੀ ਸ਼੍ਰੀ ਰਾਮ ਨੂੰ, ਕਿਸੇ ਸੂਰਮੇ ਨੂੰ ਇਹਨਾਂ ਬਾਬੂਆਂ ਤੋਂ ਪ੍ਰਵਾਨਗੀ ਲੈਣ ਦੀ ਲੋੜ ਨਹੀਂ ਹੈ। ਇਹ ਲੋਕ ਮਨ ਦੇ ਉੱਤੇ ਇੰਨੀ ਗੂੜੀ ਤਰ੍ਹਾਂ ਉਕਰੇ ਪਏ ਨੇ ਕਿ ਜੇ ਚਾਹਣ ਵੀ ਤਾਂ ਕੋਈ ਮਿਟੇ ਨਹੀਂ ਸਕਦਾ ਜੀ। ਤੇ ਗੁਰਭਜਨ ਜੀ, ਤੁਹਾਡੇ ਨਾਲ ਗੱਲਾਂ ਕਰਦਿਆਂ ਸਮੇਂ ਦਾ ਬਿਲਕੁਲ ਪਤਾ ਨਹੀਂ ਲੱਗਿਆ। ਝੱਟ 'ਚ ਇੰਨਾ ਸਮਾਂ ਹੋ ਗਿਆ ਤੇ ਗੱਲਾਂ ਹਜੇ ਸਾਡੀਆਂ ਹੋਰ ਵੀ ਬਾਕੀ ਨੇ। ਫਿਰ ਤੋਂ ਅਗਲੇ ਹਫਤੇ ਜੁੜਾਂਗੇ ਤੁਹਾਡੇ ਨਾਲ, ਫਿਰ ਤੋਂ ਜਾਣਾਂਗੇ ਕੁਝ ਇਤਿਹਾਸ ਦੀਆਂ, ਕੁਝ ਵਰਤਮਾਨ ਦੀਆਂ। ਵਕਤਨਾਮਾ ਵਿਦ ਗੁਰਭਜਨ ਸਿੰਘ ਗਿੱਲ ਸ਼ੋਅ ਦੇ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਸ਼ਾਮਿਲ ਹੋਣ। ਮਿਹਰਬਾਨੀ ਬੇਟੇ, ਬਹੁਤ ਮਿਹਰਬਾਨੀ।